ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਕਿਆ ਜਾਣਾ ਕਿਮ ਮਰਹੈਂਗੇ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨਹੁ ਨਾ ਬਿਸਰੈ, ਤਾਂ ਸਹਿਲਾ ਮਰਨਾ ਹੋਏ। ਕਬੀਰ ਜੋ ਹਮ ਜੰਤ ਬਜਾਵਤੇ, ਟੂਟ ਗਈ ਸਭ ਤਾਰ। ਜੰਤ ਵਿਚਾਰਾ ਕਿਆ ਕਰੇ, ਜੰਤ ਵਿਚਾਰਾ ਕਿਆ ਕਰੇ। ਜੋ ਚੱਲੇ ਬਜਾਵਨਹਾਰ, ਜੰਤ ਵਿਚਾਰਾ ਕਿਆ ਕਰੇ। ਐਸੋ ਇਹੋ ਸੰਸਾਰ ਪੇਖਣਾ, ਰਹਿਨ ਨ ਕੋ ਪਈ ਹੈ ਰੇ। ਸੂਦੇ ਸੂਦੇ ਰੇਗ ਚਲੋ, ਤੁਮ ਨਾ ਦਰੁਕ ਧੱਕਾ ਦਵਈ ਹੈ ਰੇ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਪਰਜਾ ਸਮ ਕਰ ਮਾਰੈ, ਸੋ ਕਾਲ ਬਡਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਐਸੋ ਕਾਲ ਬਡਾਨੀ ਰੇ, ਐਸੋ ਕਾਲ ਬਡਾਨੀ ਰੇ। ਐਸੋ ਕਾਲ ਬਡਾਨੀ ਰੇ, ਐਸੋ ਕਾਲ ਬਡਾਨੀ ਰੇ। ਐਸੋ ਕਾਲ ਬਡਾਨੀ ਰੇ। ਐਸੋ ਕਾਲ ਬਡਾਨੀ ਰੇ। ਬਡਾਨੀ ਰੇ। ਐਸੋ ਕਾਲ ਬਡਾਨੀ ਰੇ। ਐਸੋ ਕਾਲ ਬਡਾਨੀ ਰੇ। ਬਡਾਨੀ ਰੇ। ਐਸੋ ਕਾਲ ਬਡਾਨੀ ਰੇ, ਐਸੋ ਕਾਲ ਬਡਾਨੀ ਰੇ। ਐਸੋ ਕਾਲ ਬਡਾਨੀ ਰੇ, ਐਸੋ ਕਾਲ ਬਡਾਨੀ ਰੇ। ਐਸੋ ਕਾਲ ਬਡਾਨੀ ਰੇ। ਕਾਲ ਬਡਾਨੀ ਰੇ। ਐਸੋ ਕਾਲ ਬਡਾਨੀ ਰੇ। ਕਾਲ ਬਡਾਨੀ ਰੇ। ਐਸੋ ਕਾਲ ਬਡਾਨੀ ਰੇ। ਕਾਲ ਬਡਾਨੀ ਰੇ। ਕਾਲ ਬਡਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਰਾਜਾ ਪਰਜਾ ਕਾਲ ਬਡਾਨੀ ਰੇ। ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਰਾਜਾ ਪਰਜਾ ਐਸੋ ਕਾਲ ਬਡਾਨੀ ਰੇ। ਐਸੋ ਇਹੋ ਸੰਸਾਰ ਪੇਖਣਾ, ਰਹਿਨ ਨ ਕੋ ਪਈ ਹੈ ਰੇ। ਸੂਦੇ ਸੂਦੇ ਰੇਗ ਚਲੋ,
ਤੁਮ ਨਦਰ ਕੁਦਕਾ ਦੁਬਈ ਹੈ ਰੇ, ਬਾਰੇ ਬੂਢੇ ਤਰਨੇ ਪਈਆ। ਸਭ ਹੂੰ ਜਮ ਲੈ ਜਈ ਹੈ ਰੇ, ਮਾਨਸ ਬਪਰਾ ਮੂਸਾ ਕੀਨੋ। ਮੀਚ ਬਲਈਆ ਖਈ ਹੈ ਰੇ, ਤਨ ਬੰਤਾ ਅਰ ਨਿਰਤਨ ਮਨਈ। ਥਾਕੀ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮ ਕਰ ਮਾਰੈ। ਐਸੋ ਕਾਲ ਬਡਾਨੀ ਰੇ, ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਰਾਰੀ ਰੇ। ਆਵੇ ਨ ਜਾਹੇ ਨ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਉਤਰ ਕਲਤਰ ਲక్ష్ਮੀ ਮਾਇਆ, ਇਹ ਤਜੋ ਜੀ ਜਾਨੀ ਰੇ। ਕਹਿਤ ਕਬੀਰ ਸੁਨੋ ਰੇ ਸੰਤੋ, ਮਿਲ ਹੈ ਸਾਰੰਗ ਪਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ, ਸੋ ਕਾਲ ਬਡਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ, ਕਾਲ ਬਡਾਨੀ ਰੇ। ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਰਾਜਾ ਵਰਗਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ, ਸੋ ਕਾਲ ਬਡਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਐਸੋ ਕਾਲ ਬਡਾਨੀ ਰੇ, ਐਸੋ ਕਾਲ ਬਡਾਨੀ ਰੇ। ਐਸੋ ਕਾਲ ਬਡਾਨੀ ਰੇ, ਐਸੋ ਕਾਲ ਬਡਾਨੀ ਰੇ। ਐਸੋ ਕਾਲ ਬਡਾਨੀ ਰੇ, ਕਾਲ ਬਡਾਨੀ ਰੇ। ਐਸੋ ਕਾਲ ਬਡਾਨੀ ਰੇ, ਕਾਲ ਬਡਾਨੀ ਰੇ। ਐਸੋ ਕਾਲ ਬਡਾਨੀ ਰੇ, ਕਾਲ ਬਡਾਨੀ ਰੇ। ਐਸੋ ਕਾਲ ਬਡਾਨੀ ਰੇ। ਐਸੋ ਕਾਲ ਬਡਾਨੀ ਰੇ, ਐਸੋ ਕਾਲ ਬਡਾਨੀ ਰੇ। ਐਸੋ ਕਾਲ ਬਡਾਨੀ ਰੇ, ਐਸੋ ਕਾਲ ਬਡਾਨੀ ਰੇ। ਕਾਲ ਬਡਾਨੀ ਰੇ, ਐਸੋ ਕਾਲ ਬਡਾਨੀ ਰੇ। ਕਾਲ ਬਡਾਨੀ ਰੇ, ਐਸੋ ਕਾਲ ਬਡਾਨੀ ਰੇ। ਐਸੋ ਕਾਲ ਬਡਾਨੀ ਰੇ, ਕਾਲ ਬਡਾਨੀ ਰੇ। ਕਾਲ ਬਡਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ, ਰਾਜਾ ਪਰਜਾ ਸਮ ਕਰ ਮਾਰੈ। ਐਸੋ ਕਾਲ ਬਡਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਪਰਜਾ ਐਸੋ ਕਾਲ ਬਡਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਲੀ ਰੇ। ਰਾਣਾ ਰਾਓ ਨ ਕੋਰ ਹੈ, ਰੰਗ ਨ ਕੁੰਗ ਫਕੀਰ। ਬਾਰੀ ਆਪੋ ਆਪਣੀ, ਕੋਈ ਨਾ ਬੰਦੈ ਤੀਰ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ
ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਆਪ ਮਾਈ ਭਾਈ ਸੰਗਤ ਰੂਪ ਦੇ ਵਿੱਚ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਮਾਤਾ ਭਗਵਾਨ ਕੌਰ ਜੀ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਦੂਰੋਂ ਨੇੜਿਓਂ ਚੱਲ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਔਰ ਪਵਿੱਤਰ ਦਰਬਾਰ ਵਿੱਚ ਪਹੁੰਚੇ ਹੋ। ਗੱਜ ਵੱਜ ਕੇ ਗੁਰੂ ਫਤਿਹ ਬੁਲਾਓ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਨਿਰੰਕਾਰ ਦੀ ਸ੍ਰਿਸ਼ਟੀ ਵੱਲ ਨਿਗਾਹ ਮਾਰ ਕੇ ਦੇਖੀਏ ਤਾਂ ਸਤਿਗੁਰਾਂ ਦਾ ਫਰਮਾਨ ਹੈ ਕਿ ਐਸੋ ਇਹੋ ਸੰਸਾਰ ਪੇਖਣਾ ਰਹਿਣ ਨਾ ਕੋ ਪਈ ਹੈ ਰੇ। ਭਗਤ ਕਬੀਰ ਜੀ ਇਹਨਾਂ ਦੇ ਸਿੱਖ ਸੇਵਕ ਕਹਿਣ ਲੱਗੇ, ਭਗਤ ਜੀ ਤੁਹਾਡਾ ਜ਼ਿੰਦਗੀ ਦਾ ਬਹੁਤ ਵੱਡਾ ਤਜਰਬਾ ਹੈ, ਤੁਹਾਡੀ ਬੁਢੇਪੇ ਦੀ ਉਮਰ ਹੈ, ਤੁਸੀਂ ਆਪਣਾ ਜ਼ਿੰਦਗੀ ਦਾ ਸਾਨੂੰ ਤਜਰਬਾ ਦੱਸੋ। ਭਗਤ ਜੀ ਕਹਿੰਦੇ, ਭਾਈ ਅਸਲੀ ਜ਼ਿੰਦਗੀ ਦਾ ਤਜਰਬਾ ਇਹੀ ਹੈ, ਕਹਿੰਦੇ ਜੀ ਇਹ ਜਿਹੜਾ ਸੰਸਾਰ ਹੈ ਤੁਸੀਂ ਕਿਸ ਤਰ੍ਹਾਂ ਦੇਖਿਆ, ਇਹਨੂੰ ਕਿਵੇਂ ਦੇਖਣਾ ਕੀਤਾ, ਕਿਉਂਕਿ ਨਜ਼ਰੀਆ ਆਪੋ ਆਪਣਾ ਹੋਇਆ ਕਰਦਾ ਹਰ ਇੱਕ ਦਾ। ਭਗਤ ਕਬੀਰ ਜੀ ਕਹਿੰਦੇ, ਭਾਈ ਅਸੀਂ ਤਾਂ ਇਹੀ ਦੇਖਿਆ ਕਿ ਐਸੋ ਇਹੋ ਸੰਸਾਰ ਪੇਖਣਾ, ਕਿ ਅਸੀਂ ਤਾਂ ਇਹੀ ਦੇਖਿਆ ਜਿਹੜਾ ਸੰਸਾਰ ਹੈ ਨਾ ਰਹਿਣ ਨਾ ਕੋ ਪਈ ਹੈ ਰੇ, ਕਿ ਸੰਸਾਰ 'ਤੇ ਸਰੀਰ ਕਰਕੇ ਸਦੀਵੀ ਕਾਲ ਕੋਈ ਰਿਹਾ ਨਹੀਂ ਹੈ। ਐਸੋ ਇਹੋ ਸੰਸਾਰ ਪੇਖਣਾ, ਦੇਖ ਲਓ ਜਿਨ੍ਹਾਂ ਦਾ ਇੰਨਾ ਲੰਮਾ ਤਜਰਬਾ, ਭਗਤ ਕਬੀਰ ਜੀ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਅੰਕਿਤ ਹੈ, ਉਹ ਸਮਝਾ ਰਹੇ ਨੇ ਆਪਣੇ ਸਿੱਖਾਂ ਸੇਵਕਾਂ ਨੂੰ, ਉਪਦੇਸ਼ ਕਰਦੇ ਨੇ ਸਾਰੀ ਖਲਕਤ ਨੂੰ ਕਿ ਐਸੋ ਇਹੋ ਸੰਸਾਰ ਪੇਖਣਾ ਰਹਿਣ ਨਾ ਕੋ ਪਈ ਹੈ ਰੇ, ਕਿ ਭਾਈ ਅਸੀਂ ਤਾਂ ਇਸ ਸੰਸਾਰ ਵਿੱਚ ਸਾਡਾ ਤਾਂ ਇਹੀ ਤਜਰਬਾ ਹੈ, ਇਹੀ ਨਜ਼ਰੀਆ ਹੈ, ਇਹੀ ਸਾਡਾ ਐਕਸਪੀਰੀਅੰਸ ਹੈ ਵੀ ਸੰਸਾਰ 'ਤੇ ਕੋਈ ਸਦੀਵੀ ਕਾਲ ਰਿਹਾ ਨਹੀਂ ਹੈ ਅਤੇ ਨਾ ਕਿਸੇ ਨੇ ਰਹਿਣਾ। ਸੂਧੇ ਸੂਧੇ ਰੇਗ ਚਲੋ ਤੁਮ ਨਤਰ ਕੋ ਧੱਕਾ ਦਵਈ ਹੈ ਰੇ। ਫਿਰ ਭਗਤ ਜੀ ਉਪਦੇਸ਼ ਕਰਦੇ ਨੇ ਬਈ ਸੰਸਾਰ 'ਤੇ ਸਿੱਧੇ ਰਸਤੇ 'ਤੇ ਤੁਰੋ। ਸਿੱਧਾ ਰਸਤਾ ਕੀ ਹੈ? ਗੁਰਸਿੱਖ ਮੀਤ ਚਲੋ ਗੁਰ ਚਾਲੀ। ਸਿੱਧਾ ਰਸਤਾ ਹੈ ਗੁਰੂ ਦਾ, ਜਿਸ ਰਸਤੇ 'ਤੇ ਚੱਲ ਕੇ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਕਮਾਉਂਦਾ ਜੀਵ ਇੱਕ ਦਿਨ ਮੁਕਤੀ ਨੂੰ ਹਾਸਲ ਕਰ ਲੈਂਦਾ। ਪ੍ਰੇਮੀ ਕਹਿਣ ਲੱਗੇ, ਭਗਤ ਜੀ ਜੇ ਅਸੀਂ ਸਿੱਧੇ ਰਸਤੇ 'ਤੇ ਨਾ ਚੱਲੇ ਫਿਰ ਕੀ ਸਾਡਾ ਕੀ ਨੁਕਸਾਨ ਹੋਵੇਗਾ? ਭਗਤ ਜੀ ਕਹਿੰਦੇ, ਭਾਈ ਨੁਕਸਾਨ ਤਾਂ ਜਿਹੜਾ ਹੋਣਾ ਹੈ ਤੁਸੀਂ ਕਦੇ ਅਨੁਮਾਨ ਨਹੀਂ ਲਾਇਆ ਹੋਣਾ। ਨਦਰ ਕੋ ਧੱਕਾ ਦਵਈ ਹੈ ਰੇ। ਜੇ ਤੁਸੀਂ ਸਿੱਧੇ ਰਸਤੇ 'ਤੇ ਨਾ ਚੱਲੇ ਨਾ ਗੁਰੂ ਵਾਲੇ ਬਣ ਕੇ ਪਰਮਾਤਮਾ ਦੀ ਬੰਦਗੀ ਕੀਤੀ, ਕਹਿੰਦੇ ਫਿਰ ਯਾਦ ਰੱਖਿਓ ਇਹੋ ਜਿਹਾ ਡਾਢਾ ਧੱਕਾ ਵੱਜਣਾ ਹੈ ਨਾ, ਕਹਿੰਦੇ ਤੁਸੀਂ ਅਨੁਮਾਨ ਨਹੀਂ ਲਾ ਸਕਦੇ। ਨਦਰ ਕੋ ਧੱਕਾ ਦਵਈ ਹੈ ਰੇ, ਫਿਰ ਕਿਹਨੂੰ ਵੱਜੇਗਾ ਜੀ? ਜਿਹੜੇ ਬੁਢੇਪੇ ਵਿੱਚ ਨੇ। ਭਗਤ ਕਬੀਰ ਜੀ
ਤੁਹਾਡੀ ਇੰਨੀ ਲੰਮੀ ਉਮਰ ਹੈ, ਤੁਹਾਨੂੰ ਇਹ ਧੱਕਾ ਵੱਜੇਗਾ ਜਾਂ ਛੋਟੀ ਉਮਰ ਵਾਲਿਆਂ ਨੂੰ? ਭਗਤ ਕਬੀਰ ਜੀ ਕਹਿੰਦੇ ਨਹੀਂ, ਬਾਰੇ ਬੁੱਢੇ ਤਰਨੇ ਭਈਆ। ਤਿੰਨੇ ਉਮਰਾਂ ਭਗਤ ਕਬੀਰ ਜੀ ਨੇ ਗਿਣ ਦਿੱਤੀਆਂ, ਬਾਰੇ ਬੁੱਢੇ ਤਰਨੇ ਭਈਆ। ਕਹਿੰਦੇ ਬਚਪਨ, ਜਵਾਨੀ ਤੇ ਬੁਢੇਪਾ। ਬਈ ਜੇ ਨਾ ਗੁਰੂ ਵਾਲੇ ਬਣ ਕੇ ਬੰਦਗੀ ਕੀਤੀ, ਇੱਥੇ ਗਰੰਟੀ ਮਨਿਆਦ ਕੋਈ ਨਹੀਂ ਹੈ। ਨੈ ਬਾਰਕ ਨੈ ਜੋਬਨੈ ਨੈ ਬਿਰਧੀ ਕਛ ਬੰਧ, ਉਹ ਬੇਰਾ ਨੇ ਬੁਝੀਐ ਜੋ ਆਏ ਪਰੈ ਜਮ ਫੰਦ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਬਾਣੀ ਵਿੱਚ ਸਮਝਾਉਂਦੇ ਨੇ, ਭਾਈ ਜਿਹੜੀ ਮੌਤ ਹੈ ਕਿਸੇ ਵੀ ਉਮਰ ਵਿੱਚ ਆ ਸਕਦੀ ਹੈ, ਜ਼ਰੂਰੀ ਨਹੀਂ ਹੈ ਕਿ ਬੁਢੇਪੇ ਵਿੱਚ ਹੀ ਆਉਣੀ ਹੈ। ਇਸ ਕਰਕੇ ਨਹਿ ਬਾਰਕ ਨਹਿ ਜੋਬਨੈ ਨਹਿ ਬਿਰਧੀ ਕਛ ਬੰਧ। ਕਈ ਮਾਤਾ ਦੇ ਗਰਭ ਵਿੱਚ ਹੀ ਬੱਚੇ ਜਨਮ ਲੈਂਦੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਵੀ ਪਹਿਲਾਂ ਕਈ ਵਾਰੀ ਮਾਤਾ ਦੇ ਪੇਟ ਵਿੱਚ ਹੀ ਮਰੇ ਬੱਚੇ ਜਨਮਦੇ ਨੇ। ਬਚਪਨ ਵਿੱਚ, ਜਵਾਨੀ ਵਿੱਚ, ਬੁਢੇਪੇ ਵਿੱਚ, ਕੋਈ ਵੀ ਉਮਰ ਹੋਵੇ, ਕਿਸੇ ਵੀ ਉਮਰ ਵਿੱਚ ਕਹਿੰਦੇ ਮੌਤ ਆ ਸਕਦੀ ਹੈ। ਨੈ ਬਾਰਕ ਨੈ ਜੋਬਨੈ ਨੈ ਬਿਰਧੀ ਕਛ ਬੰਧ, ਉਹ ਬੇਰਾ ਨੇ ਬੁਝੀਐ ਜੋ ਆਏ ਪਰੈ ਜਮ ਫੰਦ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਭਾਈ ਉਸ ਸਮੇਂ ਨੂੰ ਵਿਸਾਰੋ ਨਾ, ਪਤਾ ਕੋਈ ਨਹੀਂ ਕਦੇ ਕਦੋਂ ਜਮ ਨੇ ਆ ਕੇ ਪਕੜ ਲੈਣਾ। ਇਸ ਕਰਕੇ ਬਾਰੇ ਬੁੱਢੇ ਤਰਨੇ ਭਈਆ, ਸਭ ਹੂੰ ਜਮ ਲੈ ਜਈ ਹੈ ਰੇ। ਕੋਈ ਵੀ ਉਮਰ ਹੋਵੇ, ਜਦੋਂ ਵਕਤ ਅਖੀਰ ਆ ਗਿਆ ਨਾ, ਸੰਸਾਰ ਉੱਤੇ 6 ਤਰ੍ਹਾਂ ਦੇ ਲੋਕ ਵਸਦੇ ਨੇ। 6 ਤਰ੍ਹਾਂ ਦੀ ਹੀ ਗਤੀ ਹੈ। ਪਾਪੀ, ਪੁੰਨੀ, ਪ੍ਰਾਣਾ ਜਾਮੀਏ, ਭਗਤ, ਬ੍ਰਹਮ ਗਿਆਨੀ ਤੇ ਕਾਰਕ ਮਹਾਤਮਾ। 6 ਤਰ੍ਹਾਂ ਦੇ ਲੋਕ ਸੰਸਾਰ ਵਿੱਚ ਵਸਦੇ ਨੇ ਤੇ 6 ਤਰ੍ਹਾਂ ਦੀ ਹੀ ਮੁਕਤੀ ਹੈ, 6 ਤਰ੍ਹਾਂ ਦੀ ਹੀ ਗਤੀ ਹੈ। ਇਸ ਕਰਕੇ ਭਾਈ ਜਿਹੜੀ ਪਾਪੀਆਂ ਦੀ ਗਤੀ ਹੈ ਉਹ ਆਪਣੀ ਹੈ, ਪੁੰਨੀਆਂ ਦੀ ਗਤੀ ਹੈ ਉਹ ਆਪਣੀ ਹੈ। ਪਾਪੀਆਂ ਦੀ ਗਤੀ ਤਾਂ ਇਹ ਹੈ ਵੀ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਧਾਣੀਆਂ ਤਿਉਂ ਮਥੇ ਧਰਮ ਰਾਏ। ਸਤਿਗੁਰੂ ਜੀ ਕਹਿੰਦੇ, ਜਿਹੜੇ ਗੁਰੂ ਵਾਲੇ ਬਣ ਕੇ ਪਰਮਾਤਮਾ ਦੀ ਬੰਦਗੀ ਨਹੀਂ ਨਾ ਕਰਦੇ, ਗੁਰੂ ਦਾ ਉਪਦੇਸ਼ ਨਹੀਂ ਧਾਰਨ ਕੀਤਾ, ਮਨ ਮਰਜ਼ੀ ਨਾਲ ਜ਼ਿੰਦਗੀ ਜਿਉਂ ਰਹੇ ਨੇ, ਸ਼ਰਾਬਾਂ ਪੀਣੀਆਂ, ਮਾੜੇ ਕਰਮ ਕਰਨੇ, ਹੋਰ ਨਿੰਦਨੀ ਜੋ ਕਰਮ ਕਰਨੇ, ਜਿਨ੍ਹਾਂ ਤੋਂ ਸਾਡੇ ਗੁਰੂਆਂ ਨੇ, ਮਹਾਂਪੁਰਸ਼ਾਂ ਨੇ, ਗ੍ਰੰਥਾਂ ਨੇ ਵਰਜਿਤ ਕੀਤਾ ਹੈ। ਕਹਿੰਦੇ ਭਾਈ ਉਹਨਾਂ ਦੀ ਗਿਣਤੀ ਫਿਰ ਪਾਪੀਆਂ ਵਿੱਚ ਆਉਂਦੀ ਹੈ, ਜਿਹੜੇ ਪਾਪੀ ਪਾਪ ਕਰਮ ਕਰਦੇ ਨੇ। ਭਾਵੇਂ ਉਹਨਾਂ ਨੂੰ ਤਾਂ ਨਹੀਂ ਪਾਪ ਲੱਗਦਾ, ਕਿਉਂਕਿ ਉਹਨਾਂ ਨੂੰ ਤਾਂ ਪਾਪ ਵੀ ਚੰਗਾ ਹੀ ਲੱਗਦਾ ਹੈ। ਸਤਿਗੁਰੂ ਬਾਣੀ ਵਿੱਚ ਫਰਮਾਨ ਕਰਦੇ ਨੇ, ਪਾਪ ਬੁਰਾ ਪਾਪੀ ਕੋ ਪਿਆਰਾ। ਜੇ ਪਾਪੀ ਬੰਦੇ ਨੂੰ ਪਾਪ ਬੁਰਾ ਲੱਗੇ, ਕਿਉਂ ਕਰੇ, ਉਹਨੂੰ ਲੱਗਦਾ ਹੀ ਚੰਗਾ ਹੈ ਤਾਂ ਕਰਦਾ ਹੈ, ਪਰ ਹੁੰਦਾ ਪਾਪ ਬੁਰਾ ਹੈ। ਸਤਿਗੁਰੂ ਜੀ ਕਹਿੰਦੇ, ਜਿਹੜਾ ਪਾਪ ਹੈ ਨਾ, ਕਿਸੇ ਤਰ੍ਹਾਂ ਦਾ ਵੀ ਹੋਵੇ, ਪਰਾਇਆ ਹੱਕ ਖਾਣਾ, ਨਸ਼ੇ ਖਾਣੇ, ਨਿੰਦਨੀ ਜੋ ਕਰਮ ਕਰਨੇ। ਹੁਣ ਥਾਂ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋ ਰਹੀਆਂ ਨੇ। ਕੀ ਇਹ ਤੋਂ ਵੱਡਾ ਕੋਈ ਪਾਪ ਦੁਨੀਆ 'ਤੇ ਹੋ ਸਕਦਾ? ਪਰ ਉਹ ਲੋਕਾਂ ਨੂੰ ਸੋਝੀ ਨਹੀਂ ਹੈ। ਸਾਧ ਸੰਗਤ ਜੀ, ਸਾਰਾ ਪਤਾ ਹੈ। ਦੇਖੋ, ਜਿਹੜਾ ਉਹ ਪੁਲਿਸ ਵਾਲੇ ਫਿਰ ਉਹਨੂੰ ਮੈਂਟਲ ਕਰਾਰ ਦੇ ਦਿੰਦੇ ਨੇ ਕਿ ਇਹਦੇ ਦਿਮਾਗ ਵਿੱਚ ਫਰਕ ਹੈ। ਜੇ ਉਹਦੇ ਦਿਮਾਗ ਵਿੱਚ ਫਰਕ ਹੈ, ਉਹ ਘਰਦਿਆਂ ਦੇ ਇੱਟਾਂ ਵੱਟੇ ਤਾਂ ਮਾਰਦਾ ਨਹੀਂ, ਨਾ ਆਪਣੇ ਘਰ ਵਾਲੇ ਨੂੰ ਕਿਸੇ ਨੂੰ ਕਹਿੰਦਾ ਕੁਛ
ਕੀ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਿਸਦੇ ਨੇ? ਪਰਸੋਂ ਚੌਥੇ ਵੀ ਇੱਕ ਵੀਡੀਓ ਆਈ ਹੈ, ਸੰਗਤ ਦੇ ਵਿੱਚ ਸਵੇਰ ਦਾ ਭੋਗ ਪੈ ਗਿਆ। ਅਜੇ 5-4 ਸ੍ਰੀ ਗੁਰਸਿੱਖ ਬੈਠੇ ਸੀ ਗੁਰੂ ਦਰਬਾਰ ਵਿੱਚ। ਸਾਧ ਸੰਗਤ ਜੀ, ਇੱਕ ਮੁੰਡਾ ਆਉਂਦਾ ਹੈ, ਭੱਜ ਕੇ ਸਿੱਧਾ ਹੀ ਦਰਬਾਰ ਸਾਹਿਬ ਦੇ ਅੰਦਰ ਪ੍ਰਵੇਸ਼ ਹੋ ਜਾਂਦਾ ਹੈ। ਸਾਹਮਣੇ ਦੀ ਲੰਘ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਦੀ ਟੱਪ ਗਿਆ। ਜੇ ਉੱਥੇ ਗੁਰਸਿੱਖ ਨਾ ਹੁੰਦੇ ਸਾਧ ਸੰਗਤ ਜੀ, ਕੀ ਹਾਸਲ ਹੋਣਾ ਸੀ? ਸੰਗਤ ਨੂੰ ਇੱਕ ਬੇਨਤੀ ਹੈ ਵੀ ਕਿਸੇ ਸਰਕਾਰਾਂ ਨੇ ਕਿਸੇ ਨੇ ਕੁਛ ਨਹੀਂ ਇਨਸਾਫ ਦੇਣਾ। ਇਹ ਬੇਅਦਬੀਆਂ ਚਲਦੀਆਂ ਚਲਦੀਆਂ ਤਖਤਾਂ ਤੱਕ ਪਹੁੰਚ ਗਈਆਂ। ਆ ਤੁਸੀਂ ਵੀਡੀਓ ਦੇਖੀ ਹੋਵੇਗੀ। ਆ ਪਿਛਲੇ ਦਿਨਾਂ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਲੈ, ਉੱਥੇ ਵੀ ਇੱਕ ਬੰਦਾ ਜਾ ਕੇ ਬੀੜੀ 'ਚ ਸਿਰਗਟ ਲਾ ਕੇ ਖੜ੍ਹ ਗਿਆ। ਕਿ ਉਹਨੂੰ ਸੋਝੀ ਨਹੀਂ ਹੈ? ਸਾਰੀ ਸੋਝੀ ਹੈ। ਇਹ ਘਾਟ ਆਪਣੇ ਵਿੱਚ ਹੈ। ਆਪਾਂ ਇੰਨੇ ਨਵੇਸਲੇ ਹੋ ਗਏ ਕਿ ਆਪਾਂ ਨੇ ਸਿਰਫ ਇਹੀ ਸਮਝ ਲਿਆ ਕਿ ਗੁਰੂ ਘਰ ਦੇ ਵਿੱਚ ਤਾਂ 2 ਟਾਈਮ ਜਾਣਾ, ਸਵੇਰ ਅਤੇ ਸ਼ਾਮ। ਜਾਂ ਕਿਸੇ ਦਾ ਭੋਗ ਹੈ ਉਦੋਂ ਵਗ ਜਾਣਾ, ਉਦੋਂ ਵੀ ਟਾਈਮ ਦੀ ਟਾਈਮ ਜਾਣਾ। ਸਾਧ ਸੰਗਤ ਜੀ, ਜਿਹੜਾ ਆਪਣਾ ਫਰਜ਼ ਸੀ ਆਪਾਂ ਨੇ ਆਪਣੇ ਫਰਜ਼ ਛੱਡ ਦਿੱਤੇ। ਛੋਟੀ ਜੀ ਬੈਂਕ ਹੋਵੇ ਕੋਈ ਟੁੱਟੀ ਜੀ, ਸਾਧ ਸੰਗਤ ਜੀ, ਉਹਦੇ ਉੱਤੇ ਵੀ 24 ਘੰਟੇ ਪਹਿਰਾ ਹੋਊਗਾ ਸਰਕਾਰ ਦਾ। ਉਹ ਸਿੱਖੋ, ਆਪਾਂ ਨੂੰ ਇੰਨੀ ਵੀ ਅਕਲ ਨਹੀਂ, ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੰਨੀ ਵੀ ਕਦਰ ਨਹੀਂ ਜਾਣਦੇ ਕਿ ਆਪਾਂ ਗੁਰੂ ਘਰ ਦੇ ਵਿੱਚ ਪਹਿਰੇਦਾਰੀ ਕਾਇਮ ਨਹੀਂ ਕਰ ਸਕਦੇ। ਬਾਅਦ ਵਿੱਚ ਫਿਰ ਬਥੇਰੀਆਂ ਵੀਡੀਓ ਬਣਦੀਆਂ ਨੇ, ਨੈੱਟ 'ਤੇ ਪਾਏ ਜਾਂਦੇ ਨੇ, ਜਥੇਬੰਦੀਆਂ ਵੀ ਇਕੱਠੀਆਂ ਹੋ ਜਾਂਦੀਆਂ ਨੇ। ਸਾਧ ਸੰਗਤ ਜੀ, ਉਹਦਾ ਕੋਈ ਫਾਇਦਾ ਨਹੀਂ ਹੈ। ਇਹ ਤਾਂ ਕਿਸੇ ਸਰਕਾਰਾਂ ਨੇ ਤੁਹਾਨੂੰ ਕੋਈ ਇਨਸਾਫ ਨਹੀਂ ਦੇਣਾ। ਹੁਣ 1 ਸਾਲ ਹੋ ਗਿਆ ਦਿੱਲੀ ਵਿੱਚ ਬੈਠਿਆਂ ਨੂੰ। ਕੀ ਆਪਾਂ ਕਿਸੇ ਦਾ ਹੱਕ ਮੰਗ ਰਹੇ ਹਾਂ? ਆਪਣੇ ਹੱਕ ਮੰਗ ਰਹੇ ਹਾਂ। ਆਪਣੇ ਹੱਕ ਮੰਗਣ ਵਾਲਿਆਂ 'ਤੇ ਵੀ ਡਾਂਗਾਂ, ਸੋਟੇ, ਗੋਲੀਆਂ, ਪਾਣੀ ਦੀਆਂ ਵਿਛਾੜਾਂ। ਇਸ ਕਰਕੇ ਭਾਈ, ਇਦੋਂ ਵੱਡਾ ਪਾਪ ਕੋਈ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਥਾਂ ਥਾਂ 'ਤੇ ਹੋ ਰਹੀ ਹੈ। ਸਿੱਖੋ, ਇਹ ਤਾਂ ਆਪਾਂ ਨੂੰ ਆਪਣੀ ਜ਼ਿੰਮੇਵਾਰੀ ਆਪ ਸਮਝਣੀ ਪਵੇਗੀ। ਜੇ ਆਪਾਂ ਆਪਣੀ ਜ਼ਿੰਮੇਵਾਰੀ ਸਮਝਾਂਗੇ ਨਾ, ਆਪਾਂ ਤਤਪਰ ਹੋਵਾਂਗੇ, ਆਪ ਕਾਇਮ ਹੋਵਾਂਗੇ, ਫਿਰ ਤੁਸੀਂ ਆਪਣੇ ਧਰਮ ਦੀ, ਆਪਣੇ ਇਸ਼ਟ ਦੀ ਜਿਹੜਾ ਸਤਿਕਾਰ ਆ ਉਹ ਬਰਕਰਾਰ ਰੱਖ ਸਕਦੇ ਹੋ। ਇਦੋਂ ਵੱਡਾ ਪਾਪ ਕੋਈ ਨਹੀਂ ਹੈ। ਪਰ ਸਤਿਗੁਰੂ ਜੀ ਕਹਿੰਦੇ ਪਾਪ ਹੁੰਦਾ ਤਾਂ ਬੁਰਾ ਹੈ, ਪਰ ਪਾਪੀ ਨੂੰ ਪਿਆਰਾ ਲੱਗਦਾ ਉਹ ਤਾਂ ਕਰਦਾ ਹੈ। ਪਾਪ ਹੈ ਤਾਂ ਬੁਰਾ ਲੱਗਦਾ, ਪਾਪੀ ਨੂੰ ਪਿਆਰਾ। ਪਾਪ ਹੈ ਤਾਂ ਬੁਰਾ ਲੱਗਦਾ, ਪਾਪੀ ਨੂੰ ਪਿਆਰਾ। ਪਾਪੀ ਨੂੰ ਪਿਆਰਾ। ਪਾਪ ਹੈ ਤਾਂ ਬੁਰਾ ਲੱਗਦਾ, ਪਾਪੀ ਨੂੰ ਪਿਆਰਾ। ਪਾਪ ਹੈ ਤਾਂ ਬੁਰਾ ਲੱਗਦਾ, ਪਾਪੀ ਨੂੰ ਪਿਆਰਾ। ਹੈ ਤਾਂ ਬੁਰਾ ਲੱਗਦਾ, ਪਾਪੀ ਨੂੰ ਪਿਆਰਾ। ਤਾਂ ਬੁਰਾ ਲੱਗਦਾ, ਪਾਪੀ ਨੂੰ ਪਿਆਰਾ। ਪਾਪ ਹੈ ਤਾਂ ਬੁਰਾ ਲੱਗਦਾ, ਪਾਪੀ ਨੂੰ ਲੱਗਦਾ, ਪਾਪੀ ਨੂੰ ਪਿਆਰਾ। ਲੱਗਦਾ, ਪਾਪੀ ਨੂੰ ਪਿਆਰਾ। ਲੱਗਦਾ, ਪਾਪੀ ਨੂੰ ਪਿਆਰਾ। ਲੱਗਦਾ, ਪਾਪੀ ਨੂੰ ਪਿਆਰਾ। ਪਿਆਰਾ ਲੱਗਦਾ, ਪਾਪੀ ਨੂੰ ਪਿਆਰਾ। ਲੱਗਦਾ, ਪਾਪੀ ਨੂੰ ਪਿਆਰਾ। ਲੱਗਦਾ, ਪਾਪੀ ਨੂੰ ਪਿਆਰਾ। ਲੱਗਦਾ, ਪਾਪੀ ਨੂੰ ਪਿਆਰਾ। ਪਾਪੀ ਨੂੰ ਪਿਆਰਾ। ਪਾਪੀ ਨੂੰ ਪਿਆਰਾ ਲੱਗਦਾ, ਪਾਪੀ ਨੂੰ ਪਿਆਰਾ। 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 ਪਾਪ ਹੈ ਤਾਂ ਬੁਰਾ ਲੱਗਦਾ,
ਪਾਪੀ ਨੂੰ ਪਿਆਰਾ। ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ। ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ। ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ। ਲੱਗਦਾ ਪਾਪੀ ਨੂੰ ਪਿਆਰਾ। ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ। ਪਾਪ ਬੁਰਾ ਪਾਪੀ ਕੋ ਪਿਆਰਾ। ਸਤਿਗੁਰੂ ਜੀ ਕਹਿੰਦੇ ਪਾਪ ਹੁੰਦਾ ਤਾਂ ਬੁਰਾ ਹੈ, ਪਰ ਪਾਪੀ ਬੰਦੇ ਨੂੰ ਪਾਪ ਪਿਆਰਾ ਲੱਗਦਾ ਹੈ। ਇਸੇ ਕਰਕੇ ਕਰਦਾ ਹੈ ਨਾ, ਜਿੱਦਣ ਪਾਪਾਂ ਤੋਂ ਇਹਨੂੰ ਨਫ਼ਰਤ ਹੋ ਜਾਏਗੀ ਨਾ, ਇਹ ਤਾਂ ਪਾਪਾਂ ਦੇ ਨੇੜੇ ਵੀ ਨਹੀਂ ਜਾਵੇਗਾ। ਸ਼ਰਾਬ ਪੀਣ ਵਾਲੇ ਨੂੰ ਸ਼ਰਾਬ ਚੰਗੀ ਲੱਗਦੀ ਹੈ, ਨਸ਼ੇ ਖਾਣ ਵਾਲੇ ਨੂੰ ਨਸ਼ੇ ਚੰਗੇ ਲੱਗਦੇ ਨੇ, ਤਾਂ ਕਰਦਾ ਹੈ ਨਾ। ਇੱਕ ਹੈ ਪਾਪੀਆਂ ਦੀ ਗਤੀ, ਜਿਹੜੇ ਸਾਰੀ ਜ਼ਿੰਦਗੀ ਪਾਪ ਹੀ ਇਕੱਠੇ ਕਰਦੇ ਨੇ। ਉਹਨਾਂ ਵਿਚਾਰਿਆਂ ਦੇ ਕਰਮਾਂ ਦੇ ਵਿੱਚ ਚੰਗੇ ਕਰਮ ਲਿਖੇ ਨਹੀਂ ਹੁੰਦੇ। ਉਹਨਾਂ ਨੇ ਜਿੱਥੇ ਵੀ ਜਾਣਾ ਉੱਥੇ ਪਾਪ ਕਰਮ ਹੀ ਕਰਨਾ ਹੈ। ਦੂਸਰੀ ਹੈ ਪੁੰਨੀਆਂ ਦੀ ਗਤੀ। ਪਾਪੀਆਂ ਦੀ ਗਤੀ ਫਿਰ ਦੇਖ ਲਓ, ਸਤਿਗੁਰੂ ਜੀ ਕਹਿੰਦੇ ਨਾਨਕ ਜਿਉਂ ਮਥਨ ਮਧਾਣੀਆਂ ਤੇ ਮਥੇ ਧਰਮ ਰਾਏ। ਜਿਵੇਂ ਮਧਾਣੀ ਦੁੱਧ ਰਿੜਕਦੀ ਹੈ ਨਾ, ਸਾਧ ਸੰਗਤ ਜੀ ਦੇਖ ਲਓ ਦੁੱਧ ਦਾ ਕੀ ਹਾਲ ਕਰ ਦਿੰਦੀ ਹੈ ਮਧਾਣੀ। ਕਹਿੰਦੇ ਪਾਪੀ ਜੀਵਾਂ ਨੂੰ ਫਿਰ ਇਸ ਤਰ੍ਹਾਂ ਰਿੜਕਿਆ ਜਾਂਦਾ ਹੈ। ਕਈ ਕਹਿੰਦੇ ਜੀ ਕੋਈ ਧਰਮ ਰਾਜਾ ਨਹੀਂ, ਕੋਈ ਨਰਕ ਨਹੀਂ, ਕੋਈ ਸਵਰਗ ਨਹੀਂ, ਸਾਰਾ ਕੁਛ ਇੱਥੇ ਹੀ ਹੈ। ਨਹੀਂ ਵੀ ਜੇ ਆਪਾਂ ਬਾਣੀ ਪੜ੍ਹਦੇ ਹਾਂ ਨਾ, ਬਾਣੀ 'ਤੇ ਅਮਲ ਕਰਦੇ ਹਾਂ, ਫਿਰ ਤਾਂ ਆਪਾਂ ਨੂੰ ਮੰਨਣਾ ਪਵੇਗਾ ਕਿ ਸਾਰਾ ਕੁਛ ਹੈ। ਜੇ ਆਪਣੀ ਮੱਤ ਅੱਗੇ ਰੱਖਣੀ ਹੈ ਫਿਰ ਅਗਲੇ ਦੀ ਆਪਣੀ ਮਰਜ਼ੀ ਹੈ। ਇਸ ਕਰਕੇ ਪਾਪੀਆਂ ਦੀ ਗਤੀ ਫਿਰ ਨਰਕਾਂ ਦੇ ਵਿੱਚ ਹੁੰਦੀ ਹੈ ਜਾ ਕੇ। ਦੂਸਰੇ ਨੇ ਪੁੰਨੀ, ਜਿਹੜੇ ਪਾਪ ਤੋਂ ਉੱਪਰ ਉੱਠ ਖੜ੍ਹਦੇ ਨੇ, ਪੁੰਨ ਕਰਮ ਕਰਦੇ ਨੇ। ਦਾਨ ਪੁੰਨ ਕਰਨਾ, ਨਗੁਰੇ ਰਹਿ ਕੇ ਭਜਨ ਪਾਠ ਕਰੀ ਜਾਣਾ। ਇਹ ਪਾਪੀ ਅਤੇ ਪੁੰਨੀ ਨੇ ਜਿਹੜੇ, ਇਹਨਾਂ ਨੂੰ ਧਰਮ ਰਾਜੇ ਦੀ ਕਚਹਿਰੀ ਵਿੱਚ ਪੇਸ਼ ਹੋਣਾ ਪੈਂਦਾ ਜਾ ਕੇ। ਬਾਣੀ ਵਿੱਚ ਸਤਿਗੁਰਾਂ ਨੇ ਫਰਮਾਨ ਕੀਤਾ, ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ। ਪਾਪੀ ਅਤੇ ਪੁੰਨੀ ਚੰਗੇ ਕਰਮਾਂ ਦਾ ਫਲ ਮਿਲਦਾ ਜਾਂਦਾ ਜ਼ਰੂਰ, ਜਿਹੜੇ ਨਗੁਰੇ ਰਹਿ ਕੇ ਕਰਦੇ ਨੇ। ਕਈ ਦੇਖਿਆ ਗੁਰੂ ਵਾਲੇ ਨਹੀਂ ਬਣਦੇ, ਬੜੇ ਚੰਗੇ ਕਰਮ ਕਰਦੇ ਨੇ, ਦਾਨ ਪੁੰਨ ਵੀ ਕਰੀ ਜਾਂਦੇ ਨੇ, ਥੋੜ੍ਹਾ ਮੋਟਾ ਭਜਨ ਪਾਠ ਵੀ ਕਰੀ ਜਾਂਦੇ ਨੇ, ਅਤੇ ਗਰੀਬਾਂ ਦਾ ਭਲਾ ਵੀ ਲੋਚਦੇ ਨੇ। ਉਹਨਾਂ ਦੇ ਜਿਹੜੇ ਕਰਮ ਕੀਤੇ ਨੇ, ਪੁੰਨ ਕੀਤੇ ਨੇ, ਵਿਅਰਥ ਤਾਂ ਨਹੀਂ ਜਾਂਦੇ, ਪਰ ਉਹ ਮੁਕਤੀ ਨੂੰ ਹਾਸਲ ਨਹੀਂ ਹੋ ਸਕਦੇ। ਉਹਨਾਂ ਦਾ ਫਲ ਤਾਂ ਮਿਲ ਜਾਂਦਾ ਹੈ, ਪਰ ਟੇਢੀਆਂ ਜੂਨਾਂ ਵਿੱਚ ਜਾ ਕੇ ਮਿਲਦਾ। ਇਸ ਕਰਕੇ ਭਾਈ, ਤੀਸਰੇ ਨੇ ਭਗਤ ਰੱਬ ਦੇ ਪਿਆਰੇ, ਚੌਥੇ ਨੇ ਪ੍ਰਾਣਾ ਜਾਮੀਏ, ਪੰਜਵੇਂ ਨੇ ਬ੍ਰਹਮ ਗਿਆਨੀ ਮਹਾਤਮਾ, ਛੇਵੇਂ ਹੈ ਕਾਰਕ ਮਹਾਤਮਾ। 6 ਤਰ੍ਹਾਂ ਦੀ ਗਤੀ ਹੈ, 6 ਤਰ੍ਹਾਂ ਦੀ ਲੋਕ ਵਸਦੇ ਨੇ। ਪਰ ਸਤਿਗੁਰੂ ਜੀ ਕਹਿੰਦੇ ਜਿਹੜੇ ਪਾਪ ਕਰਦੇ ਨੇ ਨਾ ਇਨਸਾਨ, ਫਿਰ ਉਹਨਾਂ ਦੀ ਗਤੀ ਬਹੁਤ ਭੈੜੀ ਹੁੰਦੀ ਹੈ। ਬਾਰੇ ਬੂਢੇ ਤਰਨੇ ਭਈਆ, ਸਭੋਂ ਜੰਮ ਲੈ ਜਈ ਹੈ ਰੇ। ਉਹਨਾਂ ਨੂੰ ਫਿਰ ਜੰਮ ਲੈ ਕੇ ਜਾਂਦੇ ਨੇ ਉਹਨਾਂ ਦੇ ਕਰਮਾਂ ਅਨੁਸਾਰ, ਪਰ ਹਰ ਇੱਕ ਨੇ ਉਹਨੂੰ ਜੰਮ ਲੈਣ ਆਉਂਦੇ। ਜਿਵੇਂ 6ਵੇਂ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਇੱਕ ਪੰਡਤ ਕਥਾ ਕਰਦਾ ਸੀ, ਨਿਤਾਨੰਦ ਪੰਡਤ। ਉਹਨੇ ਕਥਾ ਦੇ ਵਿੱਚ ਜ਼ਿਕਰ ਕੀਤਾ, ਜਿਹੜਾ ਗਾਰੜ ਪੁਰਾਣ ਹੈ ਨਾ, ਉਹਦੇ ਵਿੱਚ ਪਾਪੀਆਂ ਅਤੇ ਪੁੰਨੀਆਂ ਦਾ ਹਵਾਲਾ ਜ਼ਿਆਦਾ ਆਉਂਦਾ ਹੈ। ਉਹ ਕਥਾ ਕਰਦਾ, ਇੱਕ ਪ੍ਰਸੰਗ ਆਇਆ ਵੀ ਜਦੋਂ ਜੀਵ ਚੜ੍ਹਾਈ ਕਰ ਜਾਂਦਾ ਨਾ, 1 ਸਾਲ ਦਾ ਰਸਤਾ ਲੱਗ ਜਾਂਦਾ ਹੈ। ਜਦੋਂ ਜੀਵ ਚੜ੍ਹਾਈ ਕਰ ਜਾਂਦੀ ਰੂਹ ਨੂੰ ਜਾਂਦਿਆਂ ਨੂੰ। ਹੁਣ ਪੰਡਤ ਜੀ ਤਾਂ ਕਥਾ ਕਰਕੇ ਜਦੋਂ ਵਾਪਸ ਜਾ ਰਹੇ ਸੀ,
ਜਿਸ ਰਸਤੇ 'ਤੇ ਇਹ ਪੰਡਤ ਜਾ ਰਿਹਾ ਸੀ, 4 ਗੁਰਸਿੱਖਾਂ ਦੀ ਰਿਹਾਇਸ਼ ਸੀ। ਉਹ ਗੁਰਸਿੱਖ ਕਹਿੰਦੇ ਵੀ ਅੱਜ ਪੰਡਤ ਜੀ ਕਥਾ ਕਰ ਰਹੇ ਸੀ ਵੀ ਜਦੋਂ ਪ੍ਰਾਣੀ ਚੜ੍ਹਾਈ ਕਰਦਾ ਉਹਦੀ ਰੂਹ ਨੂੰ ਪਰਲੋਕ ਤੱਕ ਜਾਂਦਿਆਂ 1 ਸਾਲ ਲੱਗ ਜਾਂਦਾ। ਕਈ ਆਪਾਂ ਜਿਹੜੇ ਕਰਮ ਕਰੀ ਜਾਂਦੇ ਆ ਨਾ, ਇੱਕ ਦੂਜੇ ਨੂੰ ਦੇਖ ਕੇ ਕਰੀ ਜਾਂਦੇ ਆ, ਪਤਾ ਨਹੀਂ ਹੁੰਦਾ ਆਪਾਂ ਨੂੰ। ਪਹਿਲਾਂ ਰਿਵਾਜ ਇਹ ਹੁੰਦਾ ਸੀ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਨਾ, 9ਵੇਂ ਮਹੀਨੇ ਉਹਦਾ ਪਾਠ ਕਰਾਉਣਾ ਜਾਂ ਦਾਨ ਪੁੰਨ ਕਰ ਦਿੰਦੇ ਸੀ। ਉਹਦਾ ਮਤਲਬ ਇਹੀ ਸੀ ਵੀ ਅਜੇ ਰਸਤੇ 'ਚ ਹੋਊਗਾ, ਉਹਦੇ ਜਾਣ ਤੋਂ ਪਹਿਲਾਂ 1 ਪਾਠ ਹੋਰ ਕਰਾ ਦਿੰਦੇ ਆ ਵੀ ਉਹਨੂੰ ਕੁਛ ਨਾ ਕੁਛ ਸਹਾਇਤਾ ਹੋ ਜਾਏਗੀ। ਭਾਵੇਂ ਗੱਲ ਤਾਂ ਚੰਗੀ ਹੈ, ਮਾੜੀ ਗੱਲ ਤਾਂ ਨਹੀਂ ਹੈ, ਕਿਉਂਕਿ ਪਾਠ ਭਜਨ ਜਿਹੜੀ ਵੀ ਰੂਹ ਦੇ ਨਿਮਿਤ ਤੁਸੀਂ ਕਰਾ ਦੋਗੇ ਨਾ, ਉਹ ਵਿਅਰਥ ਨਹੀਂ ਜਾਂਦਾ, ਕਿਉਂਕਿ ਬਾਣੀ ਬੇਅੰਤ ਹੈ। ਇਸੇ ਕਰਕੇ ਬਾਣੀ ਨੂੰ ਬੇਅੰਤ ਕਿਹਾ। ਜੇ ਬਾਣੀ ਦੇ ਵਿੱਚ ਇਹ ਹਵਾਲਾ ਹੈ ਨਾ, ਜੈਸਾ ਬੀਜੈ ਸੋ ਲਾਉਣਾ, ਕਰਮਾ ਸੰਧੜਾ ਖੇਤ, ਐ ਕਰ ਕਰੇ ਸੋ ਐ ਕਰ ਪਾਏ, ਕੋਏ ਨਾ ਪਕੜੀਏ ਕਿਸੈ ਥਾਏ। ਬਾਣੀ ਦੇ ਵਿੱਚ ਇੱਥੋਂ ਤੱਕ ਵੀ ਹਵਾਲਾ ਵੀ ਜਿਹੜੇ ਹੱਥ ਨੇ ਕਰ ਲਿਆ ਕਰਮ, ਉਸੇ ਹੱਥ ਨੂੰ ਫਲ ਮਿਲੇਗਾ, ਦੂਸਰਾ ਨਹੀਂ ਹੱਥ ਭੋਗੇਗਾ। ਜਿਹੜੇ ਜੀਵ ਨੇ ਕਰ ਲਿਆ ਉਸੇ ਨੂੰ ਮਿਲੇਗਾ। ਪਰ ਗੁਰਬਾਣੀ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ, ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ। ਪੂਤਾ ਮਾਤਾ ਕੀ ਅਸੀਸ, ਨਿਮਕ ਨਾ ਵਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਹੈ। ਕਹਿੰਦੇ ਭਾਈ, ਜੇ ਕਿਸੇ ਪਿਤਰਾਂ ਦੇ ਨਿਮਿਤ ਗੁਰਬਾਣੀ ਪੜ੍ਹੀਏ, ਸਿਮਰਨ ਕਰੀਏ, ਤਾਂ ਉਹ ਪਿਤਰਾਂ ਦਾ ਵੀ ਪਰਲੋਕ ਵਿੱਚ ਜਾ ਕੇ ਉਧਾਰ ਹੋ ਸਕਦਾ। ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ। ਬਾਣੀ ਬੇਅੰਤ ਹੈ, ਇਹਦਾ ਕੋਈ ਅੰਤ ਨਹੀਂ ਪਾ ਸਕਦਾ। ਇਸ ਕਰਕੇ ਭਾਈ ਚੰਗੀ ਗੱਲ ਹੈ ਪਾਠ ਕਰਾਉਣਾ, ਦਾਨ ਪੁੰਨ ਕਰ ਦੇਣਾ, ਪਰ ਇਹ ਜਿਹੜੀ ਗਤੀ ਹੈ ਨਾ, ਪਾਪੀਆਂ ਦੀ ਗਤੀ ਹੈ। ਜਿਹੜੇ ਪਾਪੀ ਜੀਵ ਨੇ ਨਾ, ਉਹਨਾਂ ਨੂੰ 1 ਸਾਲ ਦਾ ਰਸਤਾ ਲੱਗਦਾ ਹੈ। ਉਹ ਗੁਰਸਿੱਖ ਕਹਿੰਦੇ ਵੀ ਅੱਜ ਪੰਡਤ ਜੀ ਕਥਾ ਕਰ ਰਹੇ ਸੀ ਵੀ 1 ਸਾਲ ਦਾ ਰਸਤਾ ਲੱਗ ਜਾਂਦਾ ਹੈ। ਇੱਕ ਗੁਰਸਿੱਖ ਕਹਿੰਦਾ ਵੀ ਮੇਰੇ 'ਤੇ ਤਾਂ ਗੁਰੂ ਦੀ ਇੰਨੀ ਕਿਰਪਾ, ਮੈਂ 4 ਪਹਿਰਾਂ ਵਿੱਚ ਜਾ ਸਕਦਾ। ਪੰਡਤ ਜੀ ਕਹਿੰਦੇ ਨੇ 1 ਸਾਲ ਲੱਗ ਜਾਂਦਾ। ਦੂਸਰਾ ਗੁਰਸਿੱਖ ਕਹਿੰਦਾ ਵੀ ਮੈਂ 1 ਪਹਿਰ ਵਿੱਚ ਜਾ ਸਕਦਾ ਗੁਰੂ ਦੇ ਲੋਕ ਨੂੰ। ਤੀਸਰਾ ਗੁਰਸਿੱਖ ਕਹਿੰਦਾ ਵੀ ਮੈਂ 1 ਘੜੀ ਵਿੱਚ ਜਾ ਸਕਦਾ। ਚੌਥੇ ਗੁਰਸਿੱਖ ਨੇ ਤਾਂ ਹੱਦ ਮੁਕਾ ਦਿੱਤੀ, ਉਹ ਕਹਿੰਦਾ ਵੀ ਮੈਂ 1 ਛਿਨ ਵਿੱਚ ਜਾ ਸਕਦਾ। ਅੱਖ 'ਤੇ ਮੀਟਣ ਨੂੰ 1 ਛਿਨ ਲੱਗਦਾ, ਜਿੰਨਾ ਕੁ ਅੱਖ ਮੀਟਣ ਨੂੰ ਲੱਗਦਾ ਨਾ ਸਮਾਂ 1 ਸੈਕਿੰਡ, ਕਹਿੰਦਾ ਮੈਂ 1 ਸੈਕਿੰਡ ਵਿੱਚ ਜਾ ਸਕਦਾ। ਪੰਡਤ ਜੀ ਕਹਿੰਦੇ ਸਾਲ ਲੱਗ ਜਾਂਦਾ। ਹੁਣ ਉਹ ਪੰਡਤ ਨੇ ਵੀ ਗੁਰਸਿੱਖਾਂ ਦੀ ਵਾਰਤਾ ਸੁਣ ਲਈ। ਦੂਸਰੇ ਦਿਨ ਪੰਡਤ ਜੀ ਕਥਾ ਨਹੀਂ ਕਰਨ ਆਏ। 6ਵੇਂ ਪਾਤਸ਼ਾਹ ਮਹਾਰਾਜ ਨੇ ਗੁਰਸਿੱਖਾਂ ਨੂੰ ਭੇਜਿਆ ਕਿ ਅੱਜ ਪੰਡਤ ਜੀ ਕਥਾ ਨਹੀਂ ਕਰਨ ਆਏ। ਉਹ ਪੰਡਤ ਜੀ ਆ ਗਏ। ਪੰਡਤ ਜੀ ਅੱਜ ਤੁਸੀਂ ਕਥਾ ਨਹੀਂ ਕਰਨ ਆਏ। ਪੰਡਤ ਕਹਿੰਦਾ ਮਹਾਰਾਜ ਕਥਾ ਦੇ ਤਾਂ ਕਿਹੜਾ ਕਿਸੇ ਨੂੰ ਅਮਲ ਹੈ, ਕੀ ਫਾਇਦਾ ਕਥਾ ਕਰਨ ਦਾ ਜਦੋਂ ਕਿਸੇ ਨੇ ਸੁਣ ਕੇ ਅਮਲ ਤਾਂ ਕਰਨਾ ਨਹੀਂ। 6ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਪੰਡਤ ਜੀ ਇਹ ਗੁਰੂ ਨਾਨਕ ਦੇ ਘਰ ਦੀ ਸੰਗਤ ਹੈ, ਇੱਥੇ ਇਹ ਨਹੀਂ ਹੈ ਵੀ 1 ਕੰਨ ਦੇ ਵਿੱਚ ਦੀ ਪਾ ਕੇ ਦੂਸਰੇ ਕੰਨ ਵਿੱਚ ਦੀ ਕੱਢ ਦੇਣਗੇ ਮੇਰੇ ਗੁਰਸਿੱਖ। ਜਦੋਂ ਤੁਸੀਂ ਕਥਾ ਕਰਦੇ ਹੋ ਗੁਰਸਿੱਖ ਸੰਗਤਾਂ ਬੜੇ ਸ਼ਰਧਾ ਭਾਵਨਾ ਨਾਲ ਸੁਣਦੀਆਂ ਨੇ। ਕਹਿੰਦਾ ਮਹਾਰਾਜ ਨਹੀਂ, ਕੱਲ੍ਹ ਕਥਾ ਦੇ ਵਿੱਚ ਜ਼ਿਕਰ ਆਇਆ ਸੀ ਕਿ ਜਦੋਂ ਪ੍ਰਾਣੀ ਚੜ੍ਹਾਈ ਕਰਦਾ 1 ਸਾਲ ਲੱਗ ਜਾਂਦਾ ਉਹਦੀ ਰੂਹ ਨੂੰ ਜਾਂਦਿਆਂ ਨੂੰ। ਕਹਿੰਦਾ 4 ਗੁਰਸਿੱਖ ਉਹ ਇਸ ਤਰ੍ਹਾਂ ਵਿਚਾਰਾਂ ਕਰਦੇ ਸੀ। ਇੱਕ ਕਹਿੰਦਾ ਮੈਂ 4 ਪਹਿਰ ਵਿੱਚ ਜਾ ਸਕਦਾ, ਦੂਸਰਾ ਕਹਿੰਦਾ 1 ਪਹਿਰ ਵਿੱਚ, ਤੀਸਰਾ ਕਹਿੰਦਾ 1 ਘੜੀ ਵਿੱਚ, ਚੌਥੇ ਨੇ ਤਾਂ ਮਹਾਰਾਜ ਹੱਦ ਮੁਕਾ ਦਿੱਤੀ, ਉਹ ਕਹਿੰਦਾ ਮੈਂ 1 ਛਿਨ ਵਿੱਚ ਹੀ ਜਾ ਸਕਦਾ। ਇਸ ਕਰਕੇ ਮੈਂ ਤਾਂ ਕਥਾ ਕਰਨ ਹੀ ਆਇਆ ਕਿ ਕਥਾ 'ਤੇ ਤਾਂ ਕਿਹੜਾ ਕੋਈ ਅਮਲ ਕਰਦਾ ਹੈ।
ਪੰਡਤ ਜੀ ਕਿਹੜੇ ਗੁਰਸਿੱਖ ਸਨ? ਦੱਸ ਦਿੱਤਾ ਮਹਾਰਾਜ। ਨਿਹਾਲਾ ਆਦਿਕ ਚਾਰੇ ਗੁਰਸਿੱਖਾਂ ਦੇ ਨਾਂ ਲੈ ਦਿੱਤੇ, ਬੁਲਾਏ ਛੇਵੇਂ ਪਾਤਸ਼ਾਹ ਮਹਾਰਾਜ ਨੇ। ਗੁਰਸਿੱਖੋ ਦੱਸੋ ਭਾਈ ਸਾਰੀ ਕਹਾਣੀ ਕੀ ਸੀ? ਤੁਸੀਂ ਇਹ ਵਿਚਾਰਾਂ ਕੀਤੀਆਂ ਜੋ ਪੰਡਤ ਜੀ ਨੇ ਕਥਾ ਕੀਤੀ ਸੀ? ਕਹਿੰਦੇ ਹਾਂ ਮਹਾਰਾਜ। ਕਹਿੰਦੇ ਪੰਡਤ ਜੀ ਨੇ ਕਥਾ ਵਿੱਚ ਸੁਣਾਇਆ ਸੀ ਕਿ ਮਹਾਰਾਜ 1 ਸਾਲ ਲੱਗ ਜਾਂਦਾ। ਸੱਚੇ ਪਾਤਸ਼ਾਹ ਪਹਿਲਾ ਗੁਰਸਿੱਖ ਬੋਲਿਆ ਕਿ ਮੇਰੇ 'ਤੇ ਤਾਂ ਤੁਹਾਡੀ ਇੰਨੀ ਕਿਰਪਾ, ਮੈਂ ਤਾਂ 4 ਪਹਿਰਾਂ ਵਿੱਚ ਜਾ ਸਕਦਾ। ਇਹ ਪੰਡਤ ਜੀ ਕਹਿੰਦੇ ਨੇ ਸਾਲ ਲੱਗ ਜਾਂਦਾ। ਦੂਸਰਾ ਕਹਿੰਦਾ ਮੈਂ 1 ਪਹਿਰ ਵਿੱਚ, ਤੀਸਰਾ ਕਹਿੰਦਾ 1 ਘੜੀ ਵਿੱਚ, ਚੌਥਾ ਕਹਿੰਦਾ ਮੈਂ 1 ਸਿਨ ਵਿੱਚ। ਛੇਵੇਂ ਪਾਤਸ਼ਾਹ ਮਹਾਰਾਜ ਨੂੰ ਪੰਡਤ ਕਹਿੰਦਾ ਮਹਾਰਾਜ ਦੇਖ ਲਿਆ, ਆਪ ਦੇ ਸਾਹਮਣੇ ਵੀ ਇਹੀ ਬਚਨ ਕੀਤਾ ਗੁਰਸਿੱਖਾਂ ਨੇ, ਫਿਰ ਮੇਰਾ ਕੀ ਫਾਇਦਾ ਹੈ ਕਥਾ ਕਰਨ ਦਾ ਜਦੋਂ ਕਿਸੇ ਨੇ ਅਮਲ ਤਾਂ ਕਰਨਾ ਨਹੀਂ। ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਪੰਡਤ ਜੀ ਇਹ ਦੱਸ ਵੀ ਜਿਹੜਾ ਕਥਾ ਦੇ ਵਿੱਚ ਜ਼ਿਕਰ ਆਇਆ ਇਹ ਜ਼ਿਕਰ ਕਿਹਨਾਂ ਦਾ? ਕਹਿੰਦਾ ਜੀ ਇਹ ਤਾਂ ਪਾਪੀਆਂ ਦੀ ਗਤੀ ਹੈ। ਇਹ ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਮੇਰੇ ਗੁਰਸਿੱਖ ਤੈਨੂੰ ਪਾਪੀ ਲੱਗ ਰਹੇ ਨੇ? ਕਹਿੰਦਾ ਮਹਾਰਾਜ ਇਹ ਤਾਂ ਠੀਕ ਹੈ ਵੀ ਪਾਪੀ ਨਹੀਂ ਹੋਣਗੇ, ਪਰ ਇਹਨਾਂ ਦੇ ਵਿੱਚ ਵੀ ਬਹੁਤ ਫਰਕ ਹੈ। ਕਿੱਥੇ ਮਹਾਰਾਜ 1 ਸਾਲ ਦਾ ਰਸਤਾ, ਕਿੱਥੇ 4 ਪਹਿਰ, ਕਿੱਥੇ 1 ਪਹਿਰ, ਕਿੱਥੇ 1 ਘੜੀ। ਆ ਚੌਥੇ ਨੇ ਤਾਂ ਹੱਦ ਮੁਕਾ ਦਿੱਤੀ। ਇਹ ਤਾਂ ਕਹਿੰਦਾ ਮੈਂ 1 ਸਿਨ ਵਿੱਚ ਹੀ ਜਾ ਸਕਦਾ। ਮਹਾਰਾਜ ਮੇਰੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ, ਮੈਂ ਇਸ ਕਰਕੇ ਨਹੀਂ ਕਥਾ ਕਰਨ ਆਇਆ, ਮੇਰਾ ਸ਼ੰਕਾ ਨਿਵਰਤ ਕਰੋ। ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਪੰਡਤ ਜੀ ਮੇਰੇ ਸਿੱਖ ਝੂਠ ਨਹੀਂ ਬੋਲਦੇ। ਕਹਿੰਦਾ ਫਿਰ ਕਥਾ ਝੂਠੀ ਹੈ? ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ, ਕਥਾ ਵੀ ਨਹੀਂ ਝੂਠੀ। ਕਥਾ ਦੇ ਵਿੱਚ ਵੀ ਜੋ ਲਿਖਿਆ ਸੱਚ ਲਿਖਿਆ। ਇਹ ਪਾਪੀਆਂ ਦੀ ਗਤੀ ਹੈ। ਮੇਰੇ ਤਾਂ ਗੁਰਸਿੱਖ ਸੇਵਾ ਸਿਮਰਨ ਭਜਨ ਪਾਠ ਕਰਨ ਵਾਲੇ ਨੇ, ਇਹ ਤਾਂ ਗੁਰੂ ਨਾਨਕ ਦੇ ਸਿੱਖ ਨੇ। ਕਹਿੰਦਾ ਮਹਾਰਾਜ ਇਹਨਾਂ ਦੇ ਵਿੱਚ ਵੀ ਬਹੁਤ ਫਰਕ ਹੈ। ਇਹ ਕਿਵੇਂ ਹੋ ਸਕਦਾ ਵੀ 1 ਸਿਨ ਵਿੱਚ ਹੀ ਕੋਈ ਬੰਦਾ ਪਰਲੋਕ ਦੇ ਰਸਤੇ 'ਤੇ ਚਲਿਆ ਜਾਵੇ? ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਸਿੱਖਾਂ ਦੇ ਵਿੱਚ ਤਾਂ ਬਹੁਤ ਵੱਡੀ ਤਾਕਤ ਹੁੰਦੀ ਹੈ। ਪੰਡਤ ਜੀ ਤੂੰ ਕੀ ਸਮਝਦਾ? ਸਾਧ ਸੰਗਤ ਜੀ ਗੁਰਸਿੱਖਾਂ ਦੇ ਵਿੱਚ ਤਾਕਤ ਹੁੰਦੀ ਵੀ ਹੈ। ਉਹ ਤਾਂ 1 ਸਿਨ ਵਿੱਚ ਸੱਚਖੰਡ ਜਾ ਸਕਦੇ ਨੇ, 1 ਸਿਨ ਵਿੱਚ ਵਾਪਸ ਆ ਜਾਂਦੇ ਨੇ। ਭਾਈ ਦਇਆ ਸਿੰਘ ਨੇ ਜਾ ਕੇ ਦਿਖਾਇਆ ਸੀ। ਇਸ ਕਰਕੇ 1 ਸਿਨ ਵਿੱਚ ਸੱਚਖੰਡ ਜਾ ਵਗ ਜਾਣ, 1 ਸਿਨ ਵਿੱਚ ਆ ਜਾਣ। ਕਲਗੀਧਰ ਪਾਤਸ਼ਾਹ ਮਹਾਰਾਜ ਸ਼੍ਰੀ ਨੰਦੇੜ ਸਾਹਿਬ ਜੋਤ ਜਗਾਉਂਦੇ ਨੇ। ਅੱਜ ਸ਼ਾਮ ਦਾ ਟਾਈਮ ਹੈ। ਗੁਰਸਿੱਖ ਸੰਗਤਾਂ ਮਾਰੂ ਸ਼ਬਦ ਪੜ੍ਹਨ ਲੱਗ ਗਈਆਂ। ਜਿਵੇਂ ਗੁਰੂ ਘਰ ਵਿੱਚ ਮਰਜ਼ਾਦਾ ਹੈ ਨਾ, ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜੇ ਫਿਰ ਬਰਾਗਮਈ ਸ਼ਬਦ ਪੜ੍ਹੇ ਜਾਂਦੇ ਨੇ। ਜਦੋਂ ਕੋਈ ਖੁਸ਼ੀ ਦਾ ਸਮਾਂ ਹੋਵੇ ਫਿਰ ਖੁਸ਼ੀਆਂ ਦੇ ਸ਼ਬਦ ਗਾਇਨ ਕੀਤੇ ਨੇ। ਬਾਣੀ ਦੇ ਵਿੱਚ ਸਾਰਾ ਕੁਝ ਅੰਕਿਤ ਹੈ। ਇਸ ਗੱਲ 'ਤੇ ਆਪਾਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ। ਬਾਣੀ ਸਾਰੀ ਹੀ ਸਿੱਖ ਦਾ ਭਲਾ ਕਰਦੀ ਹੈ, ਜਿਹੜੇ ਭਾਵਨਾ ਨਾਲ ਪੜ੍ਹਦੇ ਸੁਣਦੇ ਨੇ। ਇਸ ਕਰਕੇ ਗੁਰਸਿੱਖਾਂ ਨੇ ਮਾਰੂ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ। ਹੁਣ ਆਵਾਜ਼ ਪੈ ਰਹੀ ਹੈ 10ਵੇਂ ਪਾਤਸ਼ਾਹ ਮਹਾਰਾਜ ਦੇ ਕੰਨਾਂ ਦੇ ਵਿੱਚ। ਗੁਰਸਿੱਖ ਕੀ ਸ਼ਬਦ ਪੜ੍ਹਦੇ ਨੇ? ਜੀਰੇ ਦਰ ਤੇ ਝੂਲਦੇ ਹਾਥੀ, ਜੀਰੇ ਦਰ ਤੇ ਝੂਲਦੇ ਹਾਥੀ, ਲੱਥ ਕੇ ਨਿਰਾਉਣ ਵਰਗੇ ਪਿਆਰਿਓ, ਪਿਆਰਿਓ ਲੱਥ ਕੇ ਨਿਰਾਉਣ ਵਰਗੇ ਜੀਰੇ ਦਰ ਤੇ ਹਾਥੀ, ਜੀਰੇ ਦਰ ਤੇ ਝੂਲਦੇ ਹਾਥੀ, ਲੱਥ ਕੇ ਨਿਰਾਉਣ ਵਰਗੇ ਪਿਆਰਿਓ, ਲੱਥ ਕੇ ਨਿਰਾਉਣ ਵਰਗੇ ਜੀਰੇ ਦਰ ਤੇ, ਜੀਰੇ ਦਰ ਤੇ ਝੂਲਦੇ ਹਾਥੀ, ਲੱਥ ਕੇ ਨਿਰਾਉਣ ਵਰਗੇ ਪਿਆਰਿਓ, ਲੱਥ ਕੇ ਨਿਰਾਉਣ ਵਰਗੇ ਜੀਰੇ ਦਰ ਤੇ।
ਤੇ ਢੂੰਡਦੇ ਹਰ ਕੀਮਤ ਬਿਨ ਰਾਮ ਵਰਗੇ ਪਾਏ ਹੋ ਲੱਗ ਕੇ ਰਾਮ ਵਰਗੇ ਤੁਝੇ ਦਰ ਪਏ सर्व सोयन की लंका होती रावण सेध घाई कहाँ भयो दर बांधे हाथी छिन में भई पराए। गुरसिख मारू शब्द गायन कर रहे ने। नांगे आवण नांगे जाना कोई न रह है राजा राणा राम राजा नौनिध मेरा संपै हेत कलत तन तेरा आवत संग न जात संगाती कहाँ भयो दर बांधे हाथी। गुरसिख मारू शब्द बार बार इस तरह पढ़ते हैं। नांगे आवा जाना जी नांगे जाना नांगे जाना नांगे आना जी नांगे जाना नांगे जाना नांगे आवण 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 जी नांगे जाना नांगे जाना आवण जी नांगे जाना नांगे जाना नांगे आवण जी नांगे जाना नांगे जाना नांगे आवण 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 नांगे जाना नांगे जाना नांगे आवण नांगे जाना नांगे आवण जी नांगे आवण जी नांगे जाना नांगे जाना 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 नांगे आवण जी नांगे जाना नांगे नांगे आवण नांगे जाना कोई न रह है राजा राणा राम राजा नौनिध मेरा संपै हेत कलत तन तेरा। इस तरह गुरसिख मारू शब्द पढ़ रहे ने। ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੰਨਾਂ ਵਿੱਚ ਬਾਜ ਪਈ, ਗੁਰਸਿੱਖੋ ਕੀ ਗੱਲ ਭਾਈ ਮਾਰੂ ਸ਼ਬਦ ਪੜ੍ਹ ਰਹੇ ਹੋ? ਕਹਿੰਦੇ ਜੀ ਮਾਰੂ ਸ਼ਬਦ ਇਸ ਤਰ੍ਹਾਂ ਪੜ੍ਹ ਰਹੇ ਹਾਂ, ਤੁਹਾਡੇ ਆਨਣ ਪਿਆਰੇ ਭਾਈ ਦਇਆ ਸਿੰਘ ਜੀ ਉਹ ਸਰੀਰ ਛੱਡ ਕੇ ਸੱਚਖੰਡ ਚਲੇ ਗਏ। ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਬਿਨਾਂ ਮਿਲੇ ਤੀ ਚਲੇ ਗਏ? ਕਹਿੰਦੇ ਜੀ ਹਾਂ, ਉਹ ਸਰੀਰ ਛੱਡ ਕੇ ਸੱਚਖੰਡ ਗਮਨ ਕਰ ਗਏ। ਕਹਿੰਦੇ ਵੀ ਇਹ ਤਾਂ ਠੀਕ ਨਹੀਂ, ਸਾਰੀ ਜ਼ਿੰਦਗੀ ਸਾਡੇ ਨਾਲ ਲਾਈ। ਇੱਕ ਗੁਰਸਿੱਖ ਨੂੰ ਕਹਿੰਦੇ ਵੀ ਇਸ ਤਰ੍ਹਾਂ ਕਰੋ, ਜਾਓ ਭਾਈ ਦਇਆ ਸਿੰਘ ਦੇ ਕੋਲ ਖੜ੍ਹ ਕੇ ਜਾ ਕੇ ਅਰਦਾਸ ਕਰੋ ਕਿ ਭਾਈ ਦਇਆ ਸਿੰਘ
ਤੈਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਯਾਦ ਕਰਦੇ ਨੇ। ਜਦੋਂ ਗੁਰਸਿੱਖ ਨੇ ਗੁਰੂ ਦਾ ਹੁਕਮ ਮੰਨ ਕੇ ਅਰਦਾਸ ਕੀਤੀ ਕਿ ਭਾਈ ਦਇਆ ਸਿੰਘ ਜੀ, ਕਲਗੀਧਰ ਪਾਤਸ਼ਾਹ ਦਾ ਹੁਕਮ ਹੈ ਕਿ ਤੂੰ ਵਾਪਸ ਆ, ਤੈਨੂੰ ਯਾਦ ਕਰ ਰਹੇ ਨੇ। ਭਾਈ ਦਇਆ ਸਿੰਘ ਜੀ ਵਾਹਿਗੁਰੂ 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 ਕਰਦੇ ਖੜੇ ਹੋ ਗਏ। ਬਾਣੀ ਦੇ ਵਿੱਚ ਲਿਖਿਆ, ਗੁਰਮੁਖ ਆਵੈ ਜਾਏ ਨ ਸੰਗ। ਜਿਹੜਾ ਗੁਰਮੁਖ ਹੁੰਦਾ ਨਾ, ਉਹ ਇੱਕ ਸਿਨ ਵਿੱਚ ਆ ਸਕਦਾ, ਇੱਕ ਸਿਨ ਵਿੱਚ ਜਾ ਸਕਦਾ। ਆਵੈ ਜਾਏ ਨ ਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਆਵੈ ਜਾਏ ਨ ਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਹਾਂਜੀ, ਆਵੇ ਜਾਏ ਨ ਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਆਵੇ ਜਾਏ ਨ ਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਆਵੇ ਜਾਏ ਨ ਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਆਵੇ ਜਾਏ ਨ ਸੰਗ ਗੁਰਮੁਖ ਪਿਆਰਾ। ਆਵੇ ਜਾਏ ਨ ਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਆਵੇ ਜਾਏ ਨ ਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਗੁਰਮੁਖ ਪਿਆਰਾ। ਆਵੇ ਜਾਏ ਨ ਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਆਵੇ ਜਾਏ ਨ ਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਓਏ ਆਵੇ ਜਾਏ ਨ ਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਆਵੇ ਜਾਏ ਨ ਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਆਵੇ ਜਾਏ ਨ ਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਗੁਰਮੁਖ ਆਵੇ ਜਾਏ ਨ ਸੰਗ। ਜਿਹੜਾ ਗੁਰਮੁਖ ਹੁੰਦਾ ਨਾ, ਉਹ ਇੱਕ ਸਿਨ ਵਿੱਚ ਆ ਸਕਦਾ, ਇੱਕ ਸਿਨ ਵਿੱਚ ਜਾ ਸਕਦਾ ਹੈ। ਭਾਈ ਦਇਆ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਕਰਦੇ ਖੜੇ ਹੋ ਗਏ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆਏ। ਭਾਈ ਦਇਆ ਸਿੰਘ, ਕੀ ਗੱਲ ਸਾਨੂੰ ਬਿਨਾਂ ਮਿਲੇ ਤੇ ਚਲੇ ਗਏ? ਕਹਿੰਦੇ ਮਹਾਰਾਜ, ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਆ ਗਿਆ ਸੀ। ਸੱਦੇ ਆਵੈ ਨਾਨਕਾ, ਘੱਲੇ ਆਵੈ ਨਾਨਕਾ, ਸੱਦੀ ਉੱਠੇ ਜਾਏ। ਕਿ ਜਦੋਂ ਹੁਕਮ ਉਹਦਾ ਆ ਜਾਂਦਾ ਹੈ ਨਾ ਅਕਾਲ ਪੁਰਖ ਦਾ, ਫਿਰ ਸਭ ਨੂੰ ਇਹ ਤੁਰਨਾ ਪੈਂਦਾ ਹੈ। ਭਾਵੇਂ ਪਾਪੀ ਹੈ, ਪੁੰਨੀ ਹੈ, ਪੁਰਾਣਾ ਜਾਮੀ ਹੈ, ਭਗਤ ਹੈ। ਸਰੀਰ ਕਰਕੇ ਤਾਂ ਸਦੀਵੀ ਕਾਲ ਕੋਈ ਰਿਹਾ ਨਹੀਂ ਹੈ। ਮਹਾਰਾਜ, ਹੁਕਮ ਆ ਗਿਆ ਸੀ ਅਕਾਲ ਪੁਰਖ ਦਾ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਠੀਕ ਹੈ ਭਾਈ ਦਇਆ ਸਿੰਘ ਜੀ, ਅਸੀਂ ਵੀ ਉਹਦੇ ਹੁਕਮ ਵਿੱਚ ਹੀ ਹਾਂ। ਉਹਦੇ ਹੁਕਮ ਵਿੱਚ ਹੀ ਵਰਤ ਰਿਹਾ ਸਾਰਾ ਕੁਛ, ਉਹਦੀ ਰਜ਼ਾ ਵਿੱਚ ਹੀ ਹੈ। ਉਹਦੀ ਰਜ਼ਾ ਤੋਂ ਬਗੈਰ ਤਾਂ ਪੱਤਾ ਨਹੀਂ ਝੂਲਦਾ। ਕੁਦਰਤ ਕਵਣ ਕਹਾ ਵਿਚਾਰ, ਬਾਰਿਆ ਨਾ ਜਾਵਾ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਵਰਗੀ ਕਿਹੜਾ ਰਜਾ ਵਿੱਚ ਰਹਿ ਸਕਦਾ ਪੀਰ ਪੈਗੰਬਰ। ਸਾਧ ਸੰਗਤ ਜੀ, ਭਾਈ ਦਇਆ ਸਿੰਘ ਬਿਨਾਂ ਮਿਲੇ ਦੀ ਚਲੇ ਗਏ। ਕਹਿੰਦੇ ਮਹਾਰਾਜ ਹੁਕਮ ਆ ਗਿਆ ਸੀ। ਚੰਗਾ ਬਈ, ਕਹਿੰਦੇ ਫਿਰ ਜੇ ਹੁਕਮ ਆ ਗਿਆ ਸੀ, ਫਿਰ ਹੁਣ ਸਾਡਾ ਵੀ ਇੱਕ ਸੰਦੇਸ਼ਾ ਅਕਾਲ ਪੁਰਖ ਵਾਹਿਗੁਰੂ ਨੂੰ ਦੇ ਦੀ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਸੂਲ ਸਲਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਜਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਭਾਈ ਦਇਆ ਸਿੰਘ ਵੀ ਚੰਗਾ, ਫਿਰ
ਅਕਾਲ ਪੁਰਖ ਦੀ ਮੌਜ ਹੈ, ਉਹਦੀ ਰਜਾ ਦੇ ਵਿੱਚ ਹੀ ਹੈ ਸਾਰਾ ਕੁਛ। ਆ ਸਾਡਾ ਵੀ ਇੱਕ ਸੁਨੇਹਾ ਜਾ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਦੇ ਦੀ। ਇਹ ਸ਼ਬਦ ਮਹਾਰਾਜ ਨੇ 2 ਵਾਰੀ ਉਚਾਰਨ ਕੀਤਾ, ਇੱਕ ਵਾਰੀ ਹਜੂਰ ਸਾਹਿਬ, ਇੱਕ ਵਾਰੀ ਮਾਸੀਵਾੜੇ ਦੇ ਜੰਗਲ ਵਿੱਚ। ਮਿੱਤਰ ਪਿਆਰੇ ਨੂੰ ਕਹਿਣਾ ਹਾਲ ਮਰੀਦਾਂ ਦਾ, ਮਿੱਤਰ ਪਿਆਰੇ ਨੂੰ ਕਹਿਣਾ ਹਾਲ ਮਰੀਦਾਂ ਦਾ, ਪਿਆਰੇ ਨੂੰ ਕਹਿਣਾ ਹਾਲ ਮਰੀਦਾਂ ਦਾ, ਪਿਆਰੇ ਨੂੰ ਕਹਿਣਾ ਹਾਲ ਮਰੀਦਾਂ ਦਾ, ਕਹਿਣਾ ਹਾਲ ਮਰੀਦਾਂ ਦਾ। ਮਿੱਤਰ ਪਿਆਰੇ ਨੂੰ ਕਹਿਣਾ ਹਾਲ ਮਰੀਦਾਂ ਦਾ, ਮਿੱਤਰ ਪਿਆਰੇ ਨੂੰ ਕਹਿਣਾ ਹਾਲ ਮਰੀਦਾਂ ਦਾ, ਤੇਰੇ ਪਿਆਰੇ ਨੂੰ ਕਹਿਣਾ ਹਾਲ ਮਰੀਦਾਂ ਦਾ, ਤੇਰੇ ਪਿਆਰੇ ਨੂੰ ਕਹਿਣਾ ਹਾਲ ਮਰੀਦਾਂ ਦਾ, ਕਹਿਣਾ ਹਾਲ ਮਰੀਦਾਂ ਦਾ, ਤੇਰੇ ਪਿਆਰੇ ਨੂੰ ਕਹਿਣਾ ਹਾਲ ਮਰੀਦਾਂ ਦਾ। ਕਹਿਣਾ ਹਾਲ ਮਰੀਦਾਂ ਦਾ, 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 ਹਾਲ ਮਰੀਦਾਂ ਦਾ, ਕਹਿਣਾ ਹਾਲ ਮਰੀਦਾਂ ਦਾ। ਉਹ ਕਹਿਣਾ ਹਾਲ ਮਰੀਦਾਂ ਦਾ, ਕਹਿਣਾ ਹਾਲ ਮਰੀਦਾਂ ਦਾ, ਕਹਿਣਾ ਹਾਲ ਮਰੀਦਾਂ ਦਾ, ਕਹਿਣਾ ਹਾਲ ਮਰੀਦਾਂ ਦਾ, ਕਹਿਣਾ ਹਾਲ ਮਰੀਦਾਂ ਦਾ। ਮਿੱਤਰ ਪਿਆਰੇ ਨੂੰ ਕਹਿਣਾ ਹਾਲ ਮਰੀਦਾਂ ਦਾ, ਮਿੱਤਰ ਪਿਆਰੇ ਨੂੰ ਕਹਿਣਾ ਜੀ ਹਾਲ ਮਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਕਹਿਣਾ, ਕਹਿਣਾ ਹਾਲ ਮਰੀਦਾਂ ਦਾ, ਪਿਆਰੇ ਨੂੰ ਕਹਿਣਾ, ਕਹਿਣਾ ਹਾਲ ਮਰੀਦਾਂ ਦਾ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਭਾਈ ਦਇਆ ਸਿੰਘ, ਆ ਸਾਡਾ ਵੀ ਇੱਕ ਸੰਦੇਹਾ ਦੇ ਦੇ ਅਕਾਲ ਪੁਰਖ ਵਾਹਿਗੁਰੂ ਨੂੰ ਕਿ ਜਿੱਥੇ ਤੁਹਾਡੀ ਰਜਾ ਹੈ, ਤੁਹਾਡੀ ਰਜਾ ਦੇ ਵਿੱਚ ਹੀ ਸੁੱਖ ਹੈ। ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਕਿ ਤੇਰੀ ਜਾਲ ਤੋਂ ਬਗੈਰ, ਇਸ ਤਰ੍ਹਾਂ ਜਿਵੇਂ ਨਾਗ ਡੰਗ ਮਾਰਦੇ ਹੋਣ, ਜਿੱਥੇ ਤੇਰੀ ਰਜਾ ਹੈ ਉਹਦੇ ਵਿੱਚ ਹੀ ਸੁੱਖ ਹੈ। ਇਸ ਕਰਕੇ ਭਾਈ ਦਇਆ ਸਿੰਘ ਜੀ ਫੇਰ ਚਾਦਰ ਵਿਛਾ ਕੇ ਇੱਕ ਛਿਨ ਵਿੱਚ ਸਰੀਰ ਵਿੱਚੋਂ ਨਿਕਲ ਗਏ, ਸੱਚਖੰਡ ਚਲੇ ਗਏ। ਭਾਈ ਦਇਆ ਸਿੰਘ ਨੂੰ ਪੁੱਛਿਆ ਵੀ ਸੀ, ਜਦੋਂ ਗੁਰਸਿੱਖ ਨੇ ਅਰਦਾਸ ਕੀਤੀ ਤੂੰ ਕਿੱਥੇ ਚਲਿਆ ਗਿਆ ਸੀ? ਕਹਿੰਦਾ ਮਹਾਰਾਜ ਮੈਂ ਸੱਚਖੰਡ ਦੇ ਦਰਵਾਜ਼ੇ ਦੇ ਕੋਲ ਚਲਿਆ ਗਿਆ ਸੀ। ਇੱਕ ਛਿਨ ਵਿੱਚ ਦੇਖ ਲਓ, ਮਹਾਰਾਜ ਤੁਹਾਡਾ ਹੁਕਮ ਹੋਇਆ ਵਾਪਸ ਆ ਗਏ। ਗੁਰਮੁਖ ਆਵੈ ਜਾਏ ਨ ਸੰਗ। ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਪੰਡਤ ਜੀ, ਇਹ ਗੁਰਸਿੱਖਾਂ ਦੇ ਵਿੱਚ ਸ਼ਬਦ ਦੀ ਤਾਕਤ ਹੈ। ਇਹ ਸੇਵਾ ਅਤੇ ਸਿਮਰਨ ਦੀਆਂ ਦਾਤਾਂ ਨੇ। ਇਹ ਗੁਰਸਿੱਖਾਂ ਦੀ ਕਮਾਈ ਆਪੋ ਆਪਣੀ ਹੈ, ਕਿਉਂਕਿ ਜਿੰਨੀ ਕੁ ਗੁਰਸਿੱਖ ਕੋਈ ਕਮਾਈ ਕਰ ਲੈਂਦਾ, ਉਨੀ ਉਹਦੇ ਉੱਪਰ ਕਿਰਪਾ ਹੋ ਜਾਂਦੀ ਹੈ। ਸਭ ਉੱਪਰ ਕਿਰਪਾ ਪ੍ਰਭ ਤੇਰੀ, ਕਿਸੈ ਥੋੜੀ ਕਿਸੈ ਹੈ ਕਨੇਰੀ। ਇਸ ਕਰਕੇ ਇਹ ਵੀ ਗੁਰਸਿੱਖ ਸੱਚਾ ਹੈ ਜਿਹੜਾ ਕਹਿੰਦਾ ਮੈਂ 4 ਪਹਿਰਾਂ ਵਿੱਚ ਜਾ ਸਕਦਾ। ਇਹ ਗੁਰਸਿੱਖ ਵੀ ਸੱਚਾ ਹੈ ਜਿਹੜਾ ਕਹਿੰਦਾ ਮੈਂ 1 ਪਹਿਰ ਵਿੱਚ ਜਾ ਸਕਦਾ। ਇਹਦੀ ਇੰਨੀ ਕਮਾਈ ਹੈ, ਇੰਨੀ ਗਮਤਾ ਹੈ, ਇੰਨੀ ਸੋਝੀ ਹੈ। ਇਹ ਜਿਹੜਾ ਗੁਰਸਿੱਖ ਕਹਿੰਦਾ ਮੈਂ ਘੜੀ ਵਿੱਚ ਜਾ ਸਕਦਾ, ਇਹ ਵੀ ਸੱਚਾ ਹੈ। ਜਿਹੜਾ ਕਹਿੰਦਾ 1 ਸਿਨ ਵਿੱਚ ਜਾ ਸਕਦਾ, ਇਹ ਵੀ ਸੱਚਾ ਹੈ। ਕਹਿੰਦਾ ਮਹਾਰਾਜ ਫਿਰ ਕਥਾ ਝੂਠੀ ਹੋਈ। ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ, ਕਥਾ ਵੀ ਸੱਚੀ ਹੈ।
ਜਿਹੜੀ ਕਥਾ ਦੇ ਵਿੱਚ ਜ਼ਿਕਰ ਹੈ ਨਾ ਉਹ ਪਾਪੀਆਂ ਦਾ ਜ਼ਿਕਰ ਹੈ। ਇਸ ਕਰਕੇ ਫਿਰ ਉਹ ਪੰਡਤ ਨੂੰ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਤੋਂ 6ਵੇਂ ਪਾਤਸ਼ਾਹ ਮਹਾਰਾਜ ਨੇ ਫਿਰ ਜਾਪ ਜਪਾ ਕੇ 6 ਮਹੀਨੇ ਰਹਿ ਕੇ ਚਰਨਾਂ ਵਿੱਚ ਸੇਵਾ ਕੀਤੀ। ਜਿਸ ਤਰ੍ਹਾਂ ਗੁਰੂ ਨੇ ਹੁਕਮ ਕੀਤਾ 6ਵੇਂ ਪਾਤਸ਼ਾਹ ਮਹਾਰਾਜ ਨੇ, ਫਿਰ ਉਹਦਾ ਜਿਹੜਾ ਮਨ ਵਿੱਚ ਸ਼ੰਕਾ ਸੀ ਉਹ ਨਿਵਰਤ ਹੋ ਗਿਆ। ਕਿਉਂ ਜਿੰਨਾ ਚਿਰ ਆਪਾਂ ਕਰਦੇ ਨਹੀਂ ਉਹਨਾਂ ਚਿਰ ਆਪਾਂ ਨੂੰ ਪਤਾ ਨਹੀਂ ਲੱਗਣਾ। ਜਦੋਂ ਆਪਾਂ ਜਪਾਂਗੇ, ਸੇਵਾ ਕਰਾਂਗੇ, ਸਿਮਰਨ ਕਰਾਂਗੇ, ਫਿਰ ਗੁਰੂ ਦੀ ਕਿਰਪਾ ਹੋਣੀ ਹੈ ਨਾ। ਜਿੰਨੀ ਕੁ ਗੁਰਸਿੱਖ ਕਮਾਈ ਕਰਦਾ ਉਨੀ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਇਸ ਕਰਕੇ ਭਾਈ ਭਗਤ ਕਬੀਰ ਜੀ ਕਹਿੰਦੇ ਵੀ ਇੱਥੇ ਭਾਵੇਂ ਬਚਪਨ ਹੈ, ਜਵਾਨੀ ਹੈ, ਬੁਢੇਪਾ ਹੈ, ਸਭ ਹੂੰ ਜੰਮ ਲੈ ਜਈ ਹੈ ਰੇ। ਵੀ ਜੇ ਪਰਮਾਤਮਾ ਦੀ ਬੰਦਗੀ ਨਾ ਕੀਤੀ ਨਾ ਗੁਰੂ ਵਾਲੇ ਬਣਿਆ, ਨਗੁਰੀ ਮਰ ਗਏ, ਫਿਰ ਤਾਂ ਤੈਨੂੰ ਜੰਮ ਲੈ ਕੇ ਜਾਣਗੇ ਜੰਮ। ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ। ਸਾਧ ਸੰਗਤ ਜੀ ਮਰਨਾ ਵੀ ਕਿਸੇ ਕਿਸੇ ਨੂੰ ਆਉਂਦਾ ਹੁੰਦਾ। ਇਹ ਜਿਹੜੀ ਮੌਤ ਹੈ ਨਾ ਇਹ ਵੀ ਜਿੱਤੀ ਜਾ ਸਕਦੀ ਹੈ। ਬਹੁਤ ਐਸੇ ਇਤਿਹਾਸ ਵਿੱਚ ਪ੍ਰਮਾਣ ਨੇ। ਸਾਧ ਸੰਗਤ ਜੀ ਮੌਤ ਤਾਂ ਹੱਥ ਜੋੜ ਕੇ ਖੜ੍ਹਦੀ ਹੈ, ਹੱਥ ਜੋੜ ਕੇ। ਪਰ ਇਹ ਉਹਨਾਂ ਦੀ ਗੱਲ ਹੈ ਜਿਹੜੇ ਮੌਤ ਤੋਂ ਉੱਚੇ ਉੱਠ ਖੜ੍ਹਦੇ ਨੇ। ਦੁਨੀਆ ਤਾਂ ਸਾਰੀ ਮੌਤ ਤੋਂ ਡਰਦੀ ਹੈ, ਪਰ ਗੁਰਸਿੱਖ ਤੋਂ ਮੌਤ ਡਰਦੀ ਹੈ। ਇਸ ਕਰਕੇ ਭਾਈ ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ। ਕੋਈ ਪਤਾ ਨਹੀਂ ਕਦੋਂ ਮਰਨਾ, ਕਿਵੇਂ ਮਰਨਾ, ਕਿਸ ਤਰ੍ਹਾਂ ਮਰਨਾ। ਪਰ ਜੇ ਪਤਾ ਵੀ ਲੱਗ ਜੇ ਨਾ ਉਹ ਪਾ ਫੇਰ ਵੀ ਨਹੀਂ ਹੁੰਦਾ ਕੋਈ। ਜਿਵੇਂ ਕਹਿੰਦੇ ਇੱਕ ਰਾਜਾ, ਉਹਨੇ ਆਪਣੇ ਜੋਤਸ਼ੀ ਨਜੂਮੀਏ ਇਕੱਠੇ ਕੀਤੇ। ਉਹ ਰਾਜਾ ਕਹਿੰਦਾ ਵੀ ਜੋਤਸ਼ੀਓ ਵੈਦੋ ਕੀਮੋ, ਮੈਨੂੰ ਇਹ ਦੱਸੋ ਕਿ ਮੇਰੀ ਮੌਤ ਕਦੋਂ ਹੋਣੀ ਹੈ ਅਤੇ ਕਿਵੇਂ ਹੋਣੀ ਹੈ। ਉਹ ਜਿਹੜੇ ਨਜੂਮੀਏ ਸੀ, ਜੋਤਸ਼ੀ ਸੀ, ਉਹ ਕਹਿਣ ਲੱਗੇ ਬਾਦਸ਼ਾਹ ਅਸੀਂ ਤੈਨੂੰ ਇਹ ਦੱਸ ਸਕਦੇ ਹਾਂ ਕਿ ਤੇਰੀ ਮੌਤ ਕਿਵੇਂ ਹੋਣੀ ਹੈ, ਕਦੋਂ ਹੋਣੀ ਹੈ, ਪਰ ਇੱਕ ਗੱਲ ਦਾ ਪਰਨ ਦੇ ਵੀ ਮੌਤ ਦਾ ਸਾਤੋਂ ਇਲਾਜ ਨਹੀਂ ਹੋਣਾ, ਇਹ ਨਾ ਪੁੱਛੀ। ਉਹ ਰਾਜਾ ਸੀ ਕਹਿਣ ਲੱਗਿਆ ਵੀ ਕੋਈ ਗੱਲ ਨਹੀਂ, ਤੁਸੀਂ ਇੰਨਾ ਹੀ ਦੱਸ ਦਿਓ ਕਿ ਮੌਤ ਹੋਣੀ ਕਿਵੇਂ ਹੈ ਅਤੇ ਕਦੋਂ ਹੋਣੀ ਹੈ। ਨਜੂਮੀਆਂ ਕਹਿਣ ਲੱਗੇ ਵੀ ਹਾਂ ਇਹ ਅਸੀਂ ਦੱਸ ਸਕਦੇ ਹਾਂ। ਕਹਿੰਦਾ ਇਲਾਜ ਮੈਂ ਆਪਣੇ ਆਪ ਕਰ ਲਊਂਗਾ। ਸਾਰੇ ਇੱਥੋਂ ਮੌਤ ਦਾ ਇਲਾਜ ਕਰਦੇ ਕਰਦੇ ਚਲੇ ਗਏ। ਮੌਤ ਦਾ ਕਿਸੇ ਤੋਂ ਇਲਾਜ ਨਹੀਂ ਹੋਇਆ। ਮੌਤ ਨੂੰ ਤਾਂ ਜੇ ਜਿੱਤਿਆ ਗੁਰੂ ਦੇ ਸਿੱਖਾਂ ਨੇ, ਪਰਮਾਤਮਾ ਦੇ ਭਗਤਾਂ ਨੇ ਮੌਤ ਨੂੰ ਜਿੱਤਿਆ। ਇਸ ਕਰਕੇ ਮੌਤ ਉਹਨਾਂ ਦੇ ਅੱਗੇ ਹੱਥ ਜੋੜ ਕੇ ਖੜ੍ਹਦੀ ਹੈ। ਭਾਈ ਤਾਰੂ ਸਿੰਘ 22 ਦਿਨ ਖੋਪਰੀ ਲਹੀ ਰਹੀ ਸੀਸ ਤੋਂ। ਦੇਖ ਲਓ ਇੱਕ ਦਿਨ ਵੀ ਬੰਦਾ ਜਿਉਂਦਾ ਨਹੀਂ ਰਹਿ ਸਕਦਾ। ਪਰ ਅੰਮ੍ਰਿਤ ਦੀ ਸ਼ਕਤੀ ਗੁਰੂ ਦੇ ਸਿੱਖ ਵਿੱਚ ਇੰਨੀ ਕਮਾਈ ਸੀ, ਮੌਤ ਨੇੜੇ ਨਹੀਂ ਆ ਸਕਦੀ। ਬਚਨ ਕੀਤਾ ਸੀ ਜ਼ਕਰੀਆ ਖਾਨ ਨਾਲ ਵੀ ਜਿੰਨਾ ਚਿਰ ਤੇਰੇ ਜੁੱਤੀਆਂ ਲਾ ਕੇ ਤੈਨੂੰ ਅੱਗੇ ਲੈ ਕੇ ਨਹੀਂ ਨਾ ਚੱਲਦਾ, ਉਹਨਾਂ ਚਿਰ ਆਪਣਾ ਪੰਜ ਭੂਤਕ ਸਰੀਰ ਨਹੀਂ ਤਿਆਗਾਂਗਾ। ਸਾਧ ਸੰਗਤ ਜੀ ਉਹ ਗੁਰਸਿੱਖ ਦਾ ਪਰਨ ਪੂਰਾ ਹੋਇਆ। ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ 80 ਸਾਲ ਦੀ ਉਮਰ, ਮੌਤ ਨਾਲ ਟਾਕਰਾ ਹੋ ਗਿਆ, ਸੀਸ ਧੜ ਨਾਲੋਂ ਲਹਿਦਾ ਹੋ ਗਿਆ। ਬਾਬਾ ਦੀਪ ਸਿੰਘ ਜੀ ਨੇ ਸੀਸ ਤਲੀ 'ਤੇ ਰੱਖ ਲਿਆ, ਇੱਕ ਹੱਥ ਵਿੱਚ ਆਪਣਾ ਖੰਡਾ ਪਕੜ ਲਿਆ। ਦੁਸ਼ਮਣਾਂ ਦੇ ਆਹੂ ਲਾਹੁਦੇ ਜਾਂਦੇ ਨੇ। ਜਿਹੜੀ ਦੁਸ਼ਮਣਾਂ ਦੀ ਫੌਜ ਸੀ ਉਹ ਥਰ ਥਰ ਕੰਬਣ ਲੱਗੀ ਵੀ ਇਹਨਾਂ ਨਾਲ ਕੌਣ ਲੜੂਗਾ। ਠੀਕ ਹੈ ਆਪਾਂ ਇਹਨਾਂ ਨੂੰ ਮਾਰ ਸਕਦੇ ਹਾਂ, ਪਰ ਇਹ ਤਾਂ ਮਰਨ ਤੋਂ ਬਾਅਦ ਵੀ ਸੀਸ ਤਲੀਆਂ 'ਤੇ ਧਰੀ ਫਿਰਦੇ ਨੇ। ਇਸ ਕਰਕੇ ਜਦੋਂ ਅੰਗਰੇਜ਼ ਇੱਥੇ ਆਇਆ ਨਾ ਹਿੰਦੁਸਤਾਨ ਦੇ ਵਿੱਚ, ਅੰਗਰੇਜ਼ ਨੇ ਆਪਣੀ CID ਰਾਹੀਂ ਇਹ ਪਤਾ ਕੀਤਾ ਕਿ ਇੱਥੇ ਕੌਮਾਂ ਕਿੰਨੀਆਂ ਕੁ ਵਸਦੀਆਂ ਨੇ, ਕੌਮਾਂ ਦਾ ਆਪੋ ਆਪਣਾ ਕਿਹੋ ਜਿਹਾ ਰੁਤਬਾ ਹੈ, ਕਿਹੋ ਜਿਹਾ ਸੁਭਾਅ ਹੈ, ਕਿ ਉਹਨਾਂ ਦੇ ਕਰਤੱਵ ਕਿਹੋ ਜਿਹੇ ਨੇ। ਅੰਗਰੇਜ਼ ਦੀ CID ਨੇ ਉਹਨਾਂ ਨੂੰ ਦੱਸ ਦਿੱਤਾ ਕਿ ਇੱਥੇ 2 ਕੌਮਾਂ
ਯੋਧਿਆਂ ਦੀਆਂ ਨੇ, ਇੱਕ ਤਾਂ ਮਰਹੱਟਿਆਂ ਦੀਆਂ, ਇੱਕ ਹੈ ਸਿੱਖ ਧਰਮ। ਵੀ ਜਿਹੜੀਆਂ ਦੋ ਕੌਮਾਂ ਨੇ ਨਾ, ਇਹ ਬਹੁਤ ਸਾਰੀਆਂ ਕੌਮਾਂ ਤੋਂ ਉੱਪਰ ਨੇ। ਪਹਿਲਾਂ ਉਹਨੇ ਮਰਹੱਟਿਆਂ ਬਾਰੇ ਪੁੱਛਿਆ ਕਿ ਇਹਨਾਂ ਦਾ ਦੱਸੋ ਕਿਹੋ ਜਿਹਾ ਰੁਤਬਾ ਹੈ, ਕਿਸ ਤਰ੍ਹਾਂ ਇਹ ਜੀਵਨ ਬਤੀਤ ਕਰਦੇ ਨੇ। ਅੰਗਰੇਜ਼ ਨੂੰ ਕਹਿਣ ਲੱਗੇ ਉਹਦੀ CID ਵੀ ਜਿਹੜੇ ਮਰਹੱਟੇ ਨੇ ਨਾ, ਇਹ ਮਰ ਕੇ ਵੀ ਪਿੱਛੇ ਨਹੀਂ ਹਟਦੇ। ਇਸੇ ਕਰਕੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਚਿੱਠੀ ਲਿਖੀ ਸੀ ਮਰਹੱਟਿਆਂ ਨੇ ਕਿ ਸੱਚੇ ਪਾਤਸ਼ਾਹ, ਜੇ ਕਿਤੇ ਤੁਹਾਡਾ ਤੇ ਸਾਡਾ ਮਿਲਾਪ ਹੋ ਜੇ ਨਾ, ਆਪਾਂ ਦੋਨੇ ਤਾਕਤਾਂ ਇਕੱਠੀਆਂ ਕਰਕੇ ਔਰੰਗਜ਼ੇਬ ਬਾਦਸ਼ਾਹ ਨਾਲ ਟੱਕਰ ਲੈ ਸਕਦੇ ਹਾਂ। ਅੰਗਰੇਜ਼ ਕਹਿੰਦਾ ਵੀ ਇਹੀ ਜੀ ਕੌਮ ਹੈ? ਕਹਿੰਦੇ ਜੀ ਹਾਂ, ਵੀ ਜੰਗ ਵਿੱਚ ਵੀ ਪਿੱਛੇ ਨਹੀਂ ਹਟਦੀ, ਮਰ ਕੇ ਵੀ ਪਿੱਛੇ ਨਹੀਂ ਹਟਦੀ। ਕਹਿੰਦਾ ਫਿਰ ਇਦੋਂ ਉੱਪਰ ਦੀ ਹੋਰ ਕੌਮ ਕਿਹੜੀ ਹੋਈ? ਉਹਦੀ CID ਨੇ ਦੱਸਿਆ ਵੀ ਇਦੋਂ ਉੱਪਰ ਹੈ ਇੱਕ ਸਿੱਖ ਕੌਮ। ਕਹਿੰਦਾ ਉਹਨਾਂ ਦੀ ਕੀ ਬਹਾਦਰੀ ਹੈ, ਉਹਨਾਂ ਦੇ ਵਿੱਚ ਕੀ ਗੁਣ ਹੈ? ਕਹਿੰਦਾ ਅੰਗਰੇਜ਼ ਨੂੰ ਦੱਸਣ ਵਾਲੇ ਉਹਦੀ CID ਨੇ ਦੱਸਿਆ ਕਿ ਇਹ ਤਾਂ ਮਰਹੱਟੇ ਨੇ, ਮਰ ਕੇ ਵੀ ਪਿੱਛੇ ਨਹੀਂ ਹਟਦੇ, ਪਰ ਜਿਹੜੇ ਸਿੱਖ ਨੇ ਨਾ, ਇਹ ਤਾਂ ਸੀਸ ਧੜ ਨਾਲੋਂ ਲਹਿਦਾ ਹੋ ਜਾਂਦੇ ਨੇ, ਫੇਰ ਵੀ ਜੰਗ ਕਰਦੇ ਨੇ। ਇਹ ਤਾਂ ਮਰਨ ਤੱਕ ਜੰਗ ਕਰਦੇ ਨੇ, ਪਰ ਇਹ ਮਰਨ ਤੋਂ ਬਾਅਦ ਵੀ ਜੰਗ ਕਰਦੇ ਨੇ ਸਿੱਖ। ਇਸੇ ਕਰਕੇ ਤੁਹਾਡੇ ਸ਼ਾਇਦ ਨੌਲੇਜ ਵਿੱਚ ਹੋਵੇ ਵੀ ਸਭ ਤੋਂ ਬਾਅਦ ਵਿੱਚ ਅੰਗਰੇਜ਼ਾਂ ਨੇ ਇੱਥੇ ਕਾਬਜ ਹੋਏ ਨੇ ਪੰਜਾਬ ਦੇ ਵਿੱਚ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਭਾਵੇਂ ਉਹ ਗਦਾਰੀਆਂ ਕਰਕੇ CID ਉਹਨਾਂ ਦੀ ਪਹਿਲਾਂ ਕੰਮ ਕਰਨ ਲੱਗ ਗਈ ਸੀ, ਪਰ ਸਾਰੇ ਹਿੰਦੁਸਤਾਨ 'ਤੇ ਕਾਬਜ ਹੋ ਕੇ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੰਗਰੇਜ਼ ਇੱਥੇ ਕਾਬਜ ਹੋਇਆ। ਇਸ ਕਰਕੇ ਭਾਈ ਜਿਹੜੀ ਮੌਤ ਹੈ, ਮੌਤ ਉੱਤੇ ਤਾਂ ਜੇ ਅੰਮ੍ਰਿਤ ਮਿਲ ਜੇ ਅੰਮ੍ਰਿਤ, ਉਹ ਮੌਤ ਉੱਤੇ ਵੀ ਫਤਿਹ ਪਾ ਲੈਂਦੇ ਨੇ। ਬਾਬਾ ਦੀਪ ਸਿੰਘ ਜੀ 80 ਸਾਲ ਦੀ ਉਮਰ, 18 ਸ਼ੇਰ ਦਾ ਖੰਡਾ, ਸੀਸ ਧੜ ਨਾਲੋਂ ਲਹਿਦਾ ਹੋਣ ਤੋਂ ਬਾਅਦ ਵੀ ਜੰਗ ਕਰਦੇ ਰਹੇ। ਭਾਈ ਤਾਰੂ ਸਿੰਘ ਸੀਸ ਧੜ ਨਾਲੋਂ ਲਹਿਦਾ ਹੋ ਗਿਆ, ਖੋਪਰੀ ਲਾਹ ਦਿੱਤੀ, ਪਰ ਮੌਤ ਸਾਹਮਣੇ ਨਹੀਂ ਆਈ। ਮੌਤ ਨਹੀਂ ਆਵੇਗੀ। ਮੌਤ ਨੂੰ ਜਿੱਤਣ ਦੇ ਯਤਨ ਸਭ ਨੇ ਕੀਤੇ, ਪਰ ਮੌਤ ਕਿਸੇ ਤੋਂ ਜਿੱਤੀ ਨਹੀਂ ਗਈ। ਇਹ ਤਾਂ ਰੱਬ ਦੇ ਪਿਆਰਿਆਂ ਨੇ ਮੌਤ ਉੱਤੇ ਫਤਿਹ ਪਾਈ ਹੈ। ਉਹ ਰਾਜਾ ਕਹਿੰਦਾ ਵੀ ਤੁਸੀਂ ਸਿਰਫ ਇੰਨਾ ਹੀ ਦੱਸ ਦਿਓ ਕਿ ਮੌਤ ਹੋਣੀ ਕਿਵੇਂ ਹੈ ਅਤੇ ਕਦੋਂ ਹੋਣੀ ਹੈ, ਯਤਨ ਮੈਂ ਆਪਣੇ ਆਪ ਕਰ ਲੂੰਗਾ। ਜਿਹੜੇ ਨਜੂਮੀਏ ਸੀ ਉਹ ਕਹਿਣ ਲੱਗੇ ਵੀ ਦੇਖ, ਅੱਜ ਤੋਂ 20 ਸਾਲ ਬਾਅਦ ਰਾਜਨ ਚੰਦਰਮਾ ਦੀ ਰਾਤ ਹੋਵੇਗੀ, ਪੂਰਨਮਾਸੀ ਦਾ ਦਿਨ ਹੋਊਗਾ, ਤੇਰੇ ਜ਼ਹਿਰੀਲੀ ਚੀਜ਼ ਲੜ ਕੇ ਕੋਈ ਤੇਰੀ ਮੌਤ ਹੋਵੇਗੀ। ਅੱਜ ਤੋਂ 20 ਸਾਲ ਬਾਅਦ ਹੁਣ ਦੱਸ ਦਿੱਤਾ ਨਜੂਮੀਆਂ ਨੇ, ਅੱਜ ਤੋਂ 20 ਸਾਲ ਬਾਅਦ ਤੇਰੀ ਮੌਤ ਹੋਣੀ ਹੈ। ਇਹ ਵੀ ਦੱਸ ਦਿੱਤਾ ਵੀ ਜ਼ਹਿਰੀਲੀ ਚੀਜ਼ ਵਾਲਾ ਕੀੜਾ ਤੇਰੇ ਲੜੇਗਾ। ਉਹ ਰਾਜਾ ਕਹਿਣ ਲੱਗਿਆ ਵੀ ਠੀਕ ਹੈ, ਹੁਣ ਮੈਂ ਆਪਣੇ ਆਪ ਕਰ ਲੂੰਗਾ। ਸਾਧ ਸੰਗਤ ਜੀ, ਪਤਾ ਲੱਗਣ ਦੇ ਬਾਵਜੂਦ ਵੀ ਮੌਤ ਦਾ ਕੋਈ ਪਾ ਨਹੀਂ ਹੁੰਦਾ। ਉਹਨੇ ਫਿਰ ਪਾ ਕਰਨੇ ਸ਼ੁਰੂ ਕੀਤੇ। 5 ਸਾਲ ਲੰਘ ਗਏ, 10 ਲੰਘ ਗਏ, 15 ਲੰਘ ਗਏ। ਉਹਨੇ ਗੰਗਾ ਦੇ ਵਿੱਚ ਇੱਕ ਸੀਸ ਮਹਿਲ ਬਣਵਾਇਆ, ਕੱਚ ਦਾ, ਲੋਹੇ ਦਾ, ਕਿ ਜਿੱਥੇ ਕੋਈ ਵੀ ਜ਼ਹਿਰੀਲੀ ਚੀਜ਼, ਕੀੜਾ ਕਰਕਟ ਅੰਦਰ ਜਾਏ ਨਾ ਸਕੇ। ਅੱਜ ਜਦੋਂ ਅਖੀਰਲਾ ਦਿਨ ਸੀ ਨਾ 20ਵੇਂ ਸਾਲ ਦਾ, ਚੰਦਰਮਾ ਦੀ ਰਾਤ ਆ ਗਈ। ਚੰਦਰਮਾ ਦੀ ਰਾਤ ਨੂੰ ਦਿਨ ਵਰਗਾ ਚਾਨਣ ਹੁੰਦਾ ਹੈ। ਸਵੇਰ ਹੋਈ 4 ਵਜੇ। ਜਿਹੜਾ ਗੁਰੂ ਪ੍ਰੋਹਤ ਸੀ ਨਾ, ਰਾਜ ਦਰਬਾਰ ਵਿੱਚ ਰਹਿੰਦਾ ਸੀ, ਉਹ ਸਵੇਰੇ ਜਾਗਿਆ। ਪੁੱਛਿਆ ਕਿ ਜਿਹੜਾ ਰਾਜਾ ਉਹ ਕਿਵੇਂ ਹੈ? ਕਹਿੰਦੇ ਜੀ ਰਾਜਾ ਠੀਕ ਠਾਕ ਬੈਠਾ ਹੈ। ਕਹਿੰਦਾ ਬੜੀ ਖੁਸ਼ੀ ਦੀ ਗੱਲ ਹੈ, 4 ਵੱਜ ਗਏ ਅਜੇ ਤੱਕ। ਇਹਦਾ ਮਤਲਬ ਤਾਂ ਆਪਣਾ ਰਾਜਾ ਤਾਂ ਅਮਰ ਹੋ ਗਿਆ, ਮੌਤ ਜਿੱਤ ਲਈ। ਇਸ਼ਨਾਨ ਪਾਣੀ ਕਰਕੇ ਇਸ ਗੱਲ ਦੀ ਖੁਸ਼ੀ ਜ਼ਾਹਰ ਕਰਨ ਵਾਸਤੇ ਰਾਜੇ ਦੇ ਪਾਸ ਜਾ ਰਿਹਾ ਵੀ ਇੰਨੀ ਖੁਸ਼ੀ ਦੀ ਗੱਲ, ਉਹਨੂੰ ਵਧਾਈ ਦੇਣੀ ਚਾਹੀਦੀ ਹੈ ਜਾ ਕੇ। ਹੁਣ ਮਨ ਵਿੱਚ ਸੋਚਦਾ ਜਾਂਦਾ ਹੈ ਵੀ ਇੰਨੀ ਖੁਸ਼ੀ ਦੀ ਗੱਲ ਹੈ, ਕੋਈ ਆਪਾਂ
ਕੋਈ ਭੇਟਾ ਕਰਨ ਵਾਸਤੇ ਤਾਂ ਰਾਜੇ ਨੂੰ ਕੁਛ ਲੈ ਚੱਲੀਏ। ਸਾਧ ਸੰਗਤ ਜੀ, ਰਾਜੇ ਦੇ ਬਾਗ ਵਿੱਚ ਹੀ ਇੱਕ ਫੁੱਲ ਤੋੜ ਲਿਆ ਉਹਨੇ, ਰਾਜਗੁਰੂ ਨੇ। ਹੁਣ ਉਹ ਰਾਜਗੁਰੂ ਸੀ, ਉਹਨੂੰ ਕਿਹਨੇ ਰੋਕਣਾ ਸੀ? ਅੱਗੇ ਰਾਜਾ ਬੈਠਾ ਹੈ। ਚੰਦਰਮਾ ਦੀ ਰਾਤ ਨੂੰ ਕਦੇ ਤੁਸੀਂ ਸਵੇਰੇ ਦੇਖਿਓ, ਇੱਧਰ ਚੰਦਰਮਾ ਹੁੰਦਾ, ਉੱਧਰੋਂ ਸੂਰਜ ਦੀਆਂ ਕਿਰਨਾਂ ਚੜ੍ਹ ਜਾਂਦੀਆਂ ਨੇ। ਚੰਦਰਮਾ ਅਤੇ ਸੂਰਜ ਦੋਨੇ ਧਰਤੀ 'ਤੇ ਇਕੱਠੇ ਹੁੰਦੇ ਨੇ। ਹੁਣ ਰਾਜੇ ਨੇ ਦੇਖਿਆ ਵੀ ਸੂਰਜ ਦੀਆਂ ਕਿਰਨਾਂ ਚੜ੍ਹ ਗਈਆਂ, ਵੀ ਮੈਂ ਤਾਂ ਅਮਰ ਹੋ ਗਿਆ, ਭੁੱਲ ਗਿਆ ਸਾਰਾ ਕੁਛ। ਉਹ ਰਾਜਗੁਰੂ ਨੇ, ਕਿਸੇ ਨੇ ਰੋਕਿਆ ਨਹੀਂ, ਸਿੱਧਾ ਰਾਜੇ ਦੇ ਪਾਸ ਗਿਆ, ਜਾ ਕੇ ਗੁਲਦਸਤਾ ਭੇਟ ਕੀਤਾ। ਰਾਜਨ, ਤੂੰ ਤਾਂ ਅਮਰ ਹੋ ਗਿਆ, ਤੂੰ ਮੌਤ ਨੂੰ ਜਿੱਤ ਲਿਆ। ਉਹ ਰਾਜਾ ਵੀ ਇਸ ਗੱਲ ਦੀ ਖੁਸ਼ੀ ਵਿੱਚ ਆ ਗਿਆ। ਉਹਨੇ ਜਿਹੜਾ ਫੁੱਲ ਭੇਟਾ ਕੀਤਾ ਸੀ ਨਾ, ਗੁਲਦਸਤਾ, ਉਹਨੇ ਚੱਕਿਆ, ਆਪਣੇ ਨੱਕ ਦੇ ਕੋਲੇ ਕੀਤਾ। ਉਹਦੇ ਵਿੱਚੋਂ ਤਸਕ ਨਾਗ ਨਿਕਲਿਆ। ਸਾਧ ਸੰਗਤ ਜੀ, ਨੱਕ ਦੇ ਵਿੱਚ ਡੰਗ ਮਾਰ ਦਿੱਤਾ, ਉੱਥੇ ਹੀ ਕੀਰਤਨ ਸੋਹਲਾ ਪੜ੍ਹਿਆ ਗਿਆ। ਦੇਖੋ, ਪਾ ਦੱਸ ਵੀ ਦਿੱਤਾ, ਮੌਤ ਵੀ ਦੱਸਤੀ। ਉਹ ਮੌਤ ਪਤਾ ਲੱਗਣ ਦੇ ਬਾਵਜੂਦ ਵੀ ਫੇਰ ਵੀ ਕੋਈ ਪਾ ਨਹੀਂ ਹੋਵੇਗਾ। ਜਾਣਾ ਦੁਨੀਆ ਤੋਂ ਸਭ ਨੇ ਆ, ਕੋਈ ਸਰੀਰ ਕਰਕੇ ਰਿਹਾ ਨਹੀਂ, ਨਾ ਕਿਸੇ ਨੇ ਰਹਿਣਾ। ਪਰ ਸਾਧ ਸੰਗਤ ਜੀ, ਜਿਹੜੀ ਮੌਤ ਹੈ ਨਾ, ਕਿਸੇ ਦੀ ਮੋੜੀ ਨਹੀਂ ਮੁੜਦੀ। ਪਿਆਰੇ ਮੌਤ ਮੁੜੇ ਨਾ ਮੋੜੀ, ਕਾਲ ਨਗਾਰਾ ਵੱਜਣਾ। ਪਿਆਰੇ ਮੌਤ ਮੁੜੇ ਨਾ ਮੋੜੀ, ਕਾਲ ਨਗਾਰਾ ਵੱਜਣਾ। ਮੁੜੇ ਨਾ ਮੋੜੀ, ਕਾਲ ਨਗਾਰਾ ਵੱਜਣਾ। ਪਿਆਰੇ ਮੌਤ ਮੁੜੇ ਨਾ ਮੋੜੀ, ਕਾਲ ਨਗਾਰਾ ਵੱਜਣਾ। ਨਾ ਮੋੜੀ, ਕਾਲ ਨਗਾਰਾ ਵੱਜਣਾ। ਪਿਆਰੇ ਮੌਤ ਮੁੜੇ ਨਾ ਮੋੜੀ, ਕਾਲ ਨਗਾਰਾ ਵੱਜਣਾ। ਕਾਲ ਨਗਾਰਾ ਵੱਜਣਾ, ਕਾਲ ਨਗਾਰਾ ਵੱਜਣਾ। ਕਾਲ ਨਗਾਰਾ ਵੱਜਣਾ, ਕਾਲ ਨਗਾਰਾ ਵੱਜਣਾ। ਕਾਲ ਨਗਾਰਾ ਵੱਜਣਾ। ਪਿਆਰੇ ਮੌਤ ਮੁੜੇ ਨਾ ਮੋੜੀ, ਕਾਲ ਨਗਾਰਾ ਵੱਜਣਾ। ਮੌਤ ਮੁੜੇ ਨਾ ਮੋੜੀ, ਕਾਲ ਨਗਾਰਾ ਵੱਜਣਾ। ਪਿਆਰੇ ਮੌਤ ਮੁੜੇ ਨਾ ਮੋੜੀ, ਕਾਲ ਨਗਾਰਾ ਵੱਜਣਾ। ਮੌਤ ਮੁੜੇ ਨਾ ਮੋੜੀ, ਕਾਲ ਨਗਾਰਾ ਵੱਜਣਾ। ਕਾਲ ਨਗਾਰਾ ਵੱਜਣਾ। ਪਿਆਰੇ ਮੌਤ ਮੁੜੇ ਨਾ ਮੋੜੀ। ਸਰੀਰ ਕਰਕੇ ਜਾਣਾ ਦੁਨੀਆ ਤੋਂ ਸਭ ਨੇ ਹੈ। ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ। ਬਾਰੀ ਆਪੋ ਆਪਣੀ, ਕੋਏ ਨਾ ਬੰਧੈ ਤੀਰ। ਮਾਤਾ ਭਗਵਾਨ ਕੌਰ ਜੀ, ਸਾਧ ਸੰਗਤ ਜੀ, ਅੰਮ੍ਰਿਤਧਾਰੀ ਸਨ। ਗੁਰੂ ਦੀ ਸਿੱਖਿਆ ਪ੍ਰਾਪਤ ਸੀ। ਸਾਰੀ ਜ਼ਿੰਦਗੀ ਸੇਵਾ ਅਤੇ ਸਿਮਰਨ ਕਰਦੇ ਰਹੇ। ਫਿਰ ਜਿਹੜਾ ਮਾਤਾ ਦਾ ਰੁਤਬਾ ਹੁੰਦਾ, ਬਹੁਤ ਉੱਚਾ ਹੁੰਦਾ। ਸਾਡੇ ਗੁਰੂਆਂ ਨੇ ਵੀ ਮਾਤਾ ਦਾ ਸਤਿਕਾਰ ਕੀਤਾ ਹੈ। ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਦੇ ਮਾਤਾ ਨੇ ਸਰੀਰ ਛੱਡਿਆ ਨਾ, ਮਾਤਾ ਗੰਗਾ ਜੀ ਨੇ, ਗੁਰਸਿੱਖਾਂ ਨੂੰ ਪਹਿਲੇ ਹੀ ਮਾਤਾ ਜੀ ਨੇ ਬੇਨਤੀ ਕਰ ਦਿੱਤੀ ਛੇਵੇਂ ਪਾਤਸ਼ਾਹ ਨੂੰ ਕਿ ਬੇਟਾ, ਮੇਰੇ ਸਰੀਰ ਦਾ ਜਲ ਪ੍ਰਵਾਹ ਕਰਨਾ ਹੈ। ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਰੀਰ ਦਾ ਜਲ ਪ੍ਰਵਾਹ ਹੋਇਆ ਸੀ। ਜਦੋਂ ਮਾਤਾ ਗੰਗਾ ਜੀ ਚੜ੍ਹਾਈ ਕਰ ਗਏ, ਛੇਵੇਂ ਪਾਤਸ਼ਾਹ ਮਹਾਰਾਜ ਫਿਰ ਗੁਰਸਿੱਖਾਂ ਸਮੇਤ ਮਾਤਾ ਜੀ ਨੂੰ ਜਲ ਪ੍ਰਵਾਹ ਕਰਨ ਵਾਸਤੇ ਅੱਗੇ ਹੋਏ। ਜਦੋਂ ਜਲ ਪ੍ਰਵਾਹ ਕਰਨ ਲੱਗੇ, ਬਾਬਾ ਬੁੱਢਾ ਜੀ, ਭਾਈ ਗੁਰਦਾਸ, ਭਾਈ ਬਿਧੀ ਚੰਦ, ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ, ਗੁਰਸਿੱਖੋ 2 ਮਿੰਟ ਰੁਕ ਜਾਓ। ਫਿਰ ਛੇਵੇਂ ਪਾਤਸ਼ਾਹ ਮਹਾਰਾਜ ਆਪ ਪਾਣੀ ਵਿੱਚ ਉਤਰ ਕੇ ਆਏ। ਮਾਤਾ ਦੇ ਚਰਨਾਂ ਵਾਲੇ ਪਾਸੇ ਖੜ ਗਏ। ਇਤਿਹਾਸ ਵਿੱਚ ਲਿਖਿਆ ਹੈ ਕਿ ਛੇਵੇਂ ਪਾਤਸ਼ਾਹ ਮਹਾਰਾਜ ਦੇ ਨੇਤਰਾਂ ਦੇ ਵਿੱਚ ਵੀ ਪ੍ਰੇਮ ਦਾ ਜਲ ਵਹਿ ਰਿਹਾ ਸੀ। ਮਾਤਾ, ਤੂੰ ਧੰਨ ਹੈ, ਜਿਹਨੇ ਬੜੀਆਂ ਘਾਲਣਾ ਘਾਲ ਕੇ ਬਾਬਾ ਬੁੱਢਾ ਜੀ ਤੋਂ ਮੇਰੇ ਵਾਸਤੇ ਬਚਨ ਲਿਆ ਤੇ ਮੈਨੂੰ
शास्त्र विद्या सिखाई, माता मैं तेरा देण दे नहीं सकता। छेवें पातशाह महाराज ने सत करतार कह के गुरसिखां नूं हुक्म कर दिता कि जल प्रवाह कर दिओ माता नूं। गुरसिखां दे विच इस गल दी बड़ी चर्चा हुई कि छेवें पातशाह महाराज आप गुरु नानक दी जोत ने। ये छेवें पातशाह महाराज दे भी नेत्रां दे विचों प्रेम दा जल बह रिहा सी जदों माता नूं जल प्रवाह कीता। भाई विधि चंद जी कि सच्चे पातशाह गुरसिखां दे मन विच एक ख्याल है कि जिदन माता नूं जल प्रवाह कीता तुहाडे भी नेत्रां दे विचों पानी चल रहा सी। गुरसिखो, इसे माता की कृपा करके मेरा जन्म होया। फिर मेरे वास्ते माता ने मैनू बाबा बुढ़ा जी की भीड़ भेजिया शास्त्र विद्या सीखण वास्ते। फिर माता की ही कृपा हुई। फिर माता वैसे भी सत्कारयोग हुंदा शब्द गुरुदेव माता गुरुदेव पिता। किसी ने कहा कि माँ वर्गा किणसावां बूटा मैनू नज़र ना आवे, जी तो लैके शाम उधारी रब ने सुरग बनाए। सत्संग जी जिहड़ा माँ का रुतबा ना बहुत उच्चा है। फिर माता भगवान कौर जी, सत्संग जी सानू दसण की तो लोड़ नहीं, सारी संगत जानती है कि सारी जिंदगी सेवा सिमरन करके अपना मनुखा जन्म सफला किया। अपने पुत्रां नूं गुरसिੱਖੀ का राह दिखाया ਅਤੇ संगत करते रहे श्रीमान संत बाबा सुखदेव सिंह महाराज जी लाहौरा साहब वालियां दी। जिन्ना चिर शरीर च प्राण नहे शरीर चलता रहा उन्ना चिर सेवा ते सिमरन इशनान पाठ भजन नहीं छड्डिया। संसार तो जाना तो सब ने है, पर ਗਿਆਨੀ ਕਰਤਾਰ ਸਿੰਘ जी खालसा पिंडरां वाले उन्होंने लिखा कि ਜਿਹੜੇ ਅੰਮ੍ਰਿਤਧਾਰੀ ਹੁੰਦੇ ਨੇ ਨਾ, ਜੇ ਉਹ ਮੁਕਤੀ ਨੂੰ ਹਾਸਲ ਨਾ ਹੋਣ, ਜਿਹਦੇ ਰਗ ਵਿੱਚ ਇੱਕ ਵਾਰੀ ਅੰਮ੍ਰਿਤ ਲੰਘ ਜਾਏਗਾ 10,000 ਸਾਲ ਉਹਨੂੰ ਮਨੁੱਖਾ ਜਨਮ ਮਿਲਦਾ ਰਹਿੰਦਾ। 10,000 ਸਾਲ। ਇਸ ਕਰਕੇ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਨਗੂਰੇ ਪਣੇ ਦੀ ਜੂਠ ਲਾਓ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਭਰਾ ਆਪੈ ਮੇਲੇ। ਸਵਾਓ ਆਪਾਂ ਹੁਣ ਜਿਸ ਕੰਮ ਵਾਸਤੇ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਇਕੱਠੇ ਹੋਇਆ ਮਾਤਾ ਜੀ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਬੇਨਤੀ ਹੈ ਕਿ ਭਾਈ ਜਿਨ੍ਹਾਂ ਕੋਲੇ ਮੋਬਾਈਲ ਨੇ ਉਹ ਮੋਬਾਈਲ ਆਪਣੇ ਸੁੱਚ ਆਫ ਕਰ ਲਿਓ। 2-4 ਮਿੰਟ ਦੀ ਗੱਲ ਹੁੰਦੀ ਹੈ। ਸਾਰੇ ਅਰਦਾਸ ਦੇ ਵਿੱਚ ਇੱਕ ਸ਼ਬਦ ਅੰਤਰ ਧਿਆਨ ਹੋ ਕੇ ਸਭ ਨੇ ਖੜਨਾ। ਆਪਣਾ ਗੁਰੂ ਦੇ ਚਰਨਾਂ ਵਿੱਚ ਆਉਣ ਦਾ ਮਤਲਬ ਇਹੀ ਹੁੰਦਾ। ਇਹ ਨਹੀਂ ਕਿਹਾ ਕਿ ਲੰਗਰ ਛਕ ਲਿਆ 2 ਘੜੀਆਂ ਬੈਠੇ ਤੁਰ ਗਏ। ਇੱਕ ਗੱਲ ਦਾ ਖਿਆਲ ਰੱਖੋ ਵੀ ਜਿੱਦਣ ਆਪਣਾ ਅੰਤਮ ਸਮਾਂ ਹੋਣਾ ਨਾ, ਆਪਣੇ ਰਿਸ਼ਤੇਦਾਰਾਂ ਨੇ ਵੀ ਇਸ ਤਰ੍ਹਾਂ ਹੀ ਜੁੜਨਾ। ਜਿਸ ਤਰ੍ਹਾਂ ਆਪਾਂ ਮਾਤਾ ਭਗਵਾਨ ਕੌਰ ਜੀ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਇਆ, ਸਭ ਨੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ। ਹਿਰਦੇ ਦੇ ਵਿੱਚ ਸਾਰੀ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ, ਸੱਚੇ ਪਾਤਸ਼ਾਹ ਮਾਤਾ ਭਗਵਾਨ ਕੌਰ ਜੀ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਦੋਂ ਬਖਸ਼ਣਾ। ਸਵਾਓ ਹੁਣ ਅੱਗੇ ਸਮਾਂ ਇਜਾਜ਼ਤ ਨਹੀਂ ਦਿੰਦਾ, ਆਪਾਂ ਆਨੰਦ ਸਾਹਿਬ ਦਾ ਪਾਠ ਕਰੀਏ। ਸਰਦਾਰ ਬਜ਼ੁਰਗ ਸਰਦਾਰ ਕੇਸਰ ਸਿੰਘ ਜੀ ਜਿਨ੍ਹਾਂ ਦੀ ਧਰਮ ਪਤਨੀ ਸਨ ਮਾਤਾ ਭਗਵਾਨ ਕੌਰ ਜੀ, ਅਤੇ ਸਪੁੱਤਰ ਭਾਈ ਬਰਖਾ ਸਿੰਘ, ਭਾਈ ਨਾਜਰ ਸਿੰਘ ਜਿਹੜੇ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਦੇ ਰਹੇ ਨੇ ਲਾਹੌਰਾ ਸਾਹਿਬ, ਅਤੇ ਭਾਈ ਹਰਗੋਬਿੰਦ ਸਿੰਘ। ਬਾਕੀ ਸਾਰਾ ਸਮੁੱਚਾ ਪਰਿਵਾਰ ਸਾਰਾ ਨਗਰ ਹੀ ਮਹਾਂਪੁਰਸ਼ਾਂ ਦੀ ਸੰਗਤ ਕਰਨ ਵਾਲਾ ਹੈ। ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦਿਓ, ਸੋ ਅੱਗੇ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ। ਅਬ ਕੀ ਬਾਰ ਬਖਸ਼ ਬੰਦੇ ਕੋ ਬਾਹਰ ਨਾ ਭਵ ਜਲ ਫੇਰਾ। ਐ ਅਕਾਲ ਪੁਰਖ ਵਾਹਿਗੁਰੂ ਜੀ ਭੁੱਲਣਹਾਰ ਹੈ, ਤੂੰ ਸਦਾ ਹੀ ਦਿਆਲੂ ਕਿਰਪਾਲੂ ਹੈ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਜੀਵ ਜਾਣ ਕੇ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ ਲੈਣਾ। ਸੰਸਾਰਕ ਯਾਤਰਾ ਕਰਦਿਆਂ ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਮਨਮਤਾਂ ਹੋ ਗਈਆਂ ਹੋਣਗੀਆਂ। ਆਪਣਾ ਬਿਰਧ ਜਾਣ ਕੇ ਸਾਧ ਸੰਗਤ ਜੀ ਆਪਣੇ ਬਿਰਧ ਦੀ ਪਾਲਣਾ ਕਰਨੀ ਹੈ। ਅਕਾਲ ਪੁਰਖ ਵਾਹਿਗੁਰੂ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਦੋਂ ਬਖਸ਼ਣਾ। ਅਬ ਕੀ ਬਾਰ ਬਖਸ਼ ਬੰਦੇ ਕੋ ਬਾਹਰ ਨਾ ਭਵ ਜਲ ਫੇਰਾ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।
ਸਬਦੋ ਤੰਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸੋਖ ਮਨੋ ਵਿਸਾਏ ਕਹਿ ਨਾਨਕ ਸੱਚੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਜਾਂ ਨਹੀਂ ਕਰਤੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਿਸਾਵੇ ਨਾਮ ਜਿਨ ਕੈ ਮਨ ਵਾਜੇ ਸ਼ਬਦ ਕਲੇਰ ਕਹਿ ਨਾਨਕ ਸਤੇ ਜਾਂ ਨਹੀਂ ਕਰਤੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਸਾਤ ਸੁਖ ਮਨ ਆਏ ਬਸਿਆ ਜਿਨ ਇੱਛਾ ਸਭ ਪੁਜਾਈਆਂ ਜਿਸ ਦੀਆਂ ਹੈ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਹਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰਿਆ ਪੰਚ ਦੂਤ ਬੁੱਧ ਵਾਸ ਕੀਤੇ ਕਾਲ ਕੰਟਕ ਮਾਰਿਆ ਗੁਰ ਕਰਮ ਪਾਇਆ ਤੁਧ ਜਨਮੋ ਤੇ ਨਾਮ ਹਰਿ ਕੈ ਲਾਗੇ ਤਿਤ ਕਰ ਅਨਹਦ ਵਾਗੇ ਅਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਸਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਦੇ ਜਾਣੀ ਸਰੋਗ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਰਾਤ ਦੇ ਆਪਣੀ ਕੇ ਨਹੀਂ ਲੈ ਕੇ ਦੂਰ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ